आप विचार परखे सो हीरा। एक दृष्ट तारे गुर पूरा। गुर मन मन ते मन धीरा। ऐसा शास्त्रापी करे। साजी नदर एक लिवतर। रहा पूंजी नाम निरंजन सार। निर्मल साच रता पैकार। सिबत सहज कर गुर करतार। आसा मनसा शब्द जलाए। राम नारायण कह कहाए। गुर ते वाट महल कर पाए। कंचन काया ज्योत स्वरूप। त्रिभुवन देवा सगल अनूप। मैं सो धन पल्ले साच कूट। कंचन काया ज्योत स्वरूप। त्रिभुवन देवा सगल स्वरूप। मैं सो धन पल्ले साच अकूट। वाहिगुरु जी का खालसा वाहिगुरु जी की फतेह। दे मालक गुरता गद्दी ते सुभाएमान समय दी सरकार सतगुरु गुरु ग्रंथ साहिब महाराज जी दे चरनां विच सुभाएमान हो के आप जी गुरु कीयां खुशियां प्राप्त कर रहे हो। सतगुरु जी दी अकाली बाणी दी निरंतर लड़ीवार गुरमत विचार आप जी सरवण करते हो। अज दा लड़ीवार शब्द गुरु नानक देव महाराज सच्चे पातशाह जी ने आशा राग दियां अष्टपदियां विच उचारण कीता है। गुरु ग्रंथ साहिब जी सच्चे पातशाह दे अंग 413 ऊपर ये अमृत भरपूर बाणी सुभाएमान है। इस विच हजूर ने एक शराफ दी, एक पैकार दी ते व्यापारी दी व्याख्या कीती है। जेड़ा सोने नूं परखदा है उन्होंने शराफ किया जाता है, कसवट्टी ते लाउंदा है, वेख लैंदा है। पैकार वो व्यक्ति है जिहड़ा सोने नूं साफ करदा है। इन्हां दोवां दी गलबात अज गुरु ग्रंथ साहिब जी दी बाणी विच कीती गई है। पैकार जिहड़ा है वो गुरसिख है, भगत है, साधक है। जदों सोना गर्म किया जाता है तो उसनूं कालख दे विचों कड्ढण वाले नूं पैकार कहंदे ने। उस अग दा भी जिक्र हजूर ने अज दे शब्द विच कीता जिहदे नाल सोना मन रूपी सोना साफ किया जाता है। वो है गुरु के शब्द दी अग्नि
ਔਰ ਫਿਰ ਜਦੋਂ ਕਿਸੇ ਮਨੁੱਖ ਦਾ ਮਨ ਗੁਰੂ ਕੇ ਸ਼ਬਦ ਦੀ ਅਗਨ ਦੇ ਤਪ ਨਾਲ ਪਵਿੱਤਰ ਹੋ ਜਾਂਦਾ ਹੈ ਤਾਂ ਉਸ ਦੀ ਚਮਕ ਦੂਸਰਿਆਂ ਤੇ ਪੈਂਦੀ ਹੈ ਤੇ ਹੋਰ ਲੋਕਾਂ ਦੇ ਮਨ ਵਿੱਚ ਵੀ ਉਸ ਅਗਨ ਦੁਆਰਾ ਆਪਣੇ ਮਨ ਨੂੰ ਸ਼ੁੱਧ ਕਰਨ ਦਾ ਸ਼ੌਂਕ ਜਾਗ ਪੈਂਦਾ ਹੈ। ਪਰ ਜਿਹੜਾ ਮਨੁੱਖ ਉਸ ਅਕਾਲ ਪੁਰਖ ਸਰਾਪ ਦੇ ਕੋਲ ਆਪਣੇ ਮਨ ਨੂੰ ਪਾਸ ਕਰਵਾ ਲੈਂਦਾ ਹੈ, ਪਾਸ ਨਿਕਲ ਜਾਂਦਾ ਹੈ, ਕਸਵੱਟੀ ਵਿੱਚ ਪੂਰਾ ਉਤਰਦਾ ਹੈ, ਉਹਦੀ ਕੀਮਤ ਵੱਧ ਜਾਂਦੀ ਹੈ, ਉਸ ਦਾ ਜੀਵਨ ਉੱਚਾ ਹੋ ਜਾਂਦਾ ਹੈ। 3-4 ਵਿਚਾਰ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਨੇ। ਇਹਦਾ ਮਤਲਬ ਗੁਰੂ ਸ਼ੀਸ਼ੇ ਵਰਗਾ ਹੈ, ਗੁਰੂ ਇੱਕ ਕਸਵੱਟੀ ਹੈ ਜਿਹਦੇ ਅੱਗੇ ਲਿਆ ਕੇ ਮਨ ਨੂੰ ਪਰਖਣਾ ਹੈ ਕਿ ਆਪਾਂ ਕਿੱਥੇ ਕਰਕੇ ਖੜੇ ਹਾਂ। ਇਹਦੇ ਨਾਲ ਅੱਜ ਦਾ ਦਿਨ ਪੰਥ ਦੇ ਅੰਦਰ ਅਤ ਦੀ ਖੁਸ਼ੀ ਦਾ ਦਿਨ ਸਮਝਿਆ ਗਿਆ, ਕਿਉਂਕਿ ਅੱਜ ਤੋਂ 300 ਸਾਲ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖੀ ਦੀ ਸੰਪੂਰਨਤਾ ਹੁੰਦਿਆਂ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰਕੇ ਮੱਥਾ ਟੇਕਿਆ, ਪਰਿਕਰਮਾ ਕੀਤੀ, ਚੌਰ ਸਾਹਿਬ ਕੀਤਾ ਤੇ ਆਉਣ ਵਾਲੇ ਅਨੰਤ ਕਾਲ ਵਾਸਤੇ ਕਹਿ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਨਾਲ ਅੱਜ ਦੇ ਦਿਨ ਨਾਲ ਬਹੁਤ ਸਾਰੇ ਗੁਰਪੁਰਬ ਨੇ, ਫਿਰ ਵੀ ਜਿਵੇਂ ਦਾ ਸਮਾਂ ਗੁਰੂ ਸਾਹਿਬ ਬਖਸ਼ਣਗੇ ਉਸ ਅਨੁਸਾਰ ਆਪਾਂ ਯਤਨ ਕਰਾਂਗੇ। ਅਖਰੀ ਅਰਥ ਕਰਨ ਦਾ ਵੀ ਪੂਰਾ ਸਮਾਂ ਹਜ਼ੂਰ ਦੇ ਚਰਨਾਂ ਵਿੱਚ ਸਫਲ ਕਰਨ ਦਾ ਯਤਨ ਕਰੀਏ ਔਰ ਅਰਦਾਸ ਕਰੀਏ ਕਿ ਜੋ ਕੁਝ ਸਤਿਗੁਰੂ ਨੇ ਸਾਨੂੰ ਕਿਹਾ ਹੈ, ਪਹਿਲੀ ਗੱਲ ਤੇ ਸਾਨੂੰ ਉਹ ਬੋਲਣ ਦੀ ਜਾਚ ਆ ਜਾਏ, ਉਹਦੇ ਤੋਂ ਬਾਅਦ ਫਿਰ ਸਾਨੂੰ ਸੁਣਨ ਦੀ ਜਾਚ ਆਵੇ ਤੇ ਫਿਰ ਆਪਾਂ ਸਾਰੇ ਉਸ ਸਿਧਾਂਤ ਨੂੰ, ਉਸ ਅੰਮ੍ਰਿਤ ਨੂੰ ਜੀਵਨ ਵਿੱਚ ਢਾਲ ਕੇ ਕਮਾ ਸਕੀਏ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਗੁਰਮੁਖ ਪਿਆਰੇ ਕਰੋ ਕਿਰਪਾਲਤਾ, ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ। फिर कृपालता करो और उच्चारण करो जी सतनाम श्री वाहेगुरु साहिब जीओ। गुरु ते परमेश्वर दा कदी भी कोई मनुख अंत नहीं पा सकता। गुरु दे अर्थ ये ने कि जिस दे अंदर ਇਹ ਸ਼ਕਤੀ ਹੈ, ਉਹਦੇ ਕੋਲ ਕੋਈ ਭਟਕਦਾ, ਪਿਆਸਾ, ਦੁਖੀ, ਅਤ੍ਰਿਪਤ ਜੀਵਨ ਦੇ ਰਾਹ ਤੋਂ ਭਟਕਿਆ ਹੋਇਆ ਮਨੁੱਖ ਸ਼ਰਨ ਵਿੱਚ ਆ ਜਾਏ ਤੇ ਗੁਰੂ ਆਪਣੇ ਕੋਲੋਂ ਚਾਨਣ ਦੇ ਕੇ ਉਹਨੂੰ ਰਾਹ ਦਿਖਾ ਦਿੰਦਾ ਹੈ। ਗੱਗੇ ਦਾ ਅਰਥ ਹਨੇਰਾ, ਰਾਰੇ ਦਾ ਅਰਥ ਹੈ ਚਾਨਣ। ਜਿਹੜਾ ਹਨੇਰੇ ਦੇ ਵਿੱਚ ਚਾਨਣ ਕਰਨ ਵਾਲਾ ਹੈ, ਇਸ ਲਈ ਗੁਰਬਾਣੀ ਵਿੱਚ ਸ਼ਬਦ ਨੂੰ ਜੋਤ ਕਿਹਾ ਗਿਆ। ਜੋਤ ਦਾ ਅਰਥ ਹੈ ਦੀਵਾ, ਚਾਨਣ, ਅਗਨੀ, ਤਪ, ਤੇਜ, ਪ੍ਰਕਾਸ਼। ਗੁਰਬਾਣੀ ਇਸ ਜਗ ਮੈਂ ਚਾਨਣ। ਚਾਨਣ ਕਾਹਦੇ ਵਾਸਤੇ ਹੁੰਦਾ ਹੈ? ਵਾਰ-ਵਾਰ ਬਾਣੀ ਵਿੱਚ ਕਿਹਾ ਗਿਆ ਹੈ ਕਿ ਗੁਰੂ ਤੋਂ ਬਿਨਾਂ ਜੀਵਨ ਵਿੱਚ ਹਨੇਰਾ ਹੈ ਤੇ ਗੁਰਬਾਣੀ ਨੂੰ ਗੁਰੂ ਕਿਹਾ ਗਿਆ ਤੇ ਗੁਰਬਾਣੀ ਨੂੰ ਚਾਨਣ ਕਿਹਾ ਗਿਆ। ਗੁਰਬਾਣੀ ਇਸ ਜਗ ਮੈਂ ਚਾਨਣ। ਚਾਨਣ ਕਾਹਦੇ ਵਾਸਤੇ ਹੁੰਦਾ ਹੈ? ਅਗਨੀ ਕਾਹਦੇ ਵਾਸਤੇ ਹੈ? ਅਗਨੀ ਦਾ ਕੰਮ ਕੀ ਹੈ? ਅਗਨੀ ਦਾ ਕੰਮ ਕੇਵਲ ਬਲਣਾ ਨਹੀਂ ਹੈ,
ਉਹਦੇ ਲੋ ਦੇ ਵਿੱਚ ਕੋਈ ਵਿਅਕਤੀ ਕੰਮ ਵੀ ਕਰੇ ਤਾਂ ਉਹਦਾ ਅਰਥ ਹੈ ਬਲਨ ਦਾ। ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿ ਬਿਨਾਂ ਕੰਮ ਤੋਂ ਲਾਈਟ ਜਗਾ ਕੇ ਰੱਖ ਦਿੱਤੀ, ਇਹਦਾ ਕੀ ਲਾਭ ਹੈ? ਮੀਟਰ ਚੱਲ ਰਿਹਾ ਹੈ, ਬਿੱਲ ਆ ਰਿਹਾ ਹੈ। ਜਾਂ ਪੁਰਾਣੇ ਸਮੇਂ ਦੀ ਗੱਲ ਲਈਏ, ਸਿਆਣੇ ਬਲਦੇ ਹੋਏ ਦੀਵੇ ਨੂੰ ਵੇਖ ਕੇ ਕਹਿੰਦੇ ਸਨ ਕਿ ਦੀਵਾ ਤਾਂ ਜਗਾਇਆ ਹੈ, ਪਰ ਦੀਵਾ ਜਗਾ ਕੇ ਇਹਦੀ ਲੋ ਵਿੱਚ ਕੰਮ ਕਿਹੜਾ ਕਰ ਰਹੇ ਹੋ? ਕੋਈ ਕੰਮ ਵੀ ਹੈ, ਕੋਈ ਘਰ ਦਾ, ਕੋਈ ਪੜ੍ਹਾਈ ਦਾ, ਕੋਈ ਲਿਖਾਈ ਦਾ। ਇਕੱਲਾ ਦੀਵਾ ਜਗਣਾ ਕਾਫੀ ਨਹੀਂ, ਜਿੰਨਾ ਚਿਰ ਉਸ ਦੀ ਲੋ ਵਿੱਚ ਬੈਠ ਕੇ ਕੁਝ ਕੀਤਾ ਨਾ ਜਾਏ। ਇਕੱਲਾ ਗੁਰੂ ਗੁਰੂ ਕਹਿਣਾ ਕਾਫੀ ਨਹੀਂ, ਜਿੰਨਾ ਚਿਰ ਉਸ ਚਾਨਣ ਦੀ ਲੋ ਵਿੱਚ ਤੁਰਿਆ ਨਾ ਜਾਏ। ਤੁਰਨ ਤੋਂ ਬਿਨਾਂ ਕਿਵੇਂ ਹੋਵੇਗਾ? ਹੁਣ ਇਹ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਭਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ, ਹਿੰਸਾ ਤੋਂ ਮਨ ਤੇ ਨਹੀਂ ਛੂਟੀ। ਮਨ ਵਿੱਚੋਂ ਹਿੰਸਾ, ਖਿੱਚੋ ਤਾਣ, ਈਰਖਾ, ਵੈਰ ਵਿਰੋਧ, ਇਹ ਚੀਜ਼ਾਂ ਤੇ ਸਾਰੀਆਂ ਉਸੇ ਤਰ੍ਹਾਂ ਖੜੀਆਂ ਨੇ। ਤੇ ਫਿਰ ਤੂੰ ਇਸ ਚਾਨਣ ਦਾ ਕੀਤਾ ਕੀ, ਲਾਭ ਕੀ ਉਠਾਇਆ? ਕੋਈ ਮਨੁੱਖ ਰਸਤਾ ਤੈਅ ਕਰ ਰਿਹਾ ਸੀ, ਸ਼ਾਮ ਨੂੰ ਹਨੇਰਾ ਪੈ ਗਿਆ, ਪਹਾੜੀ ਰਸਤਾ ਸੀ, ਉੱਚਾ ਨੀਵਾਂ, ਖੱਡਾਂ ਨਾਲ ਭਰਿਆ ਹੋਇਆ। ਉਹਨੇ ਗੁਰੂ ਕੇ ਸਵਾਰਿਓ ਵੇਖਿਆ ਹਨੇਰਾ ਪੈ ਗਿਆ ਤੇ ਹਨੇਰੇ ਵਿੱਚ ਕਿਵੇਂ ਪੰਥ ਤੈਅ ਹੋਵੇਗਾ। ਤੇ ਉਹਨੇ ਇੱਕ ਘਰ ਵੱਲ ਤੱਕਿਆ, ਉਹਦੇ ਵਿੱਚ ਚਾਨਣ ਸੀ, ਉੱਥੇ ਚਲਾ ਗਿਆ। ਉਹਦੇ ਤੋਂ ਜਾ ਕੇ ਦੀਵਾ ਮੰਗਿਆ ਵੀ ਮੈਂ ਸਫ਼ਰ ਤੈਅ ਕਰਨਾ ਹੈ, ਤੇ ਸਫ਼ਰ ਤੈਅ ਕਰਨ ਵਾਸਤੇ ਮੈਨੂੰ ਹਨੇਰੇ ਵਿੱਚ ਮੇਰੇ ਤੋਂ ਤੁਰਿਆ ਨਹੀਂ ਜਾਂਦਾ। ਉਸ ਘਰ ਵਿੱਚ ਇੱਕ ਬਜ਼ੁਰਗ ਸੀ, ਕਈ ਰਾਹੀ ਆਉਂਦੇ ਸਨ, ਕਈਆਂ ਨੂੰ ਦੀਵੇ ਦਿੰਦਾ ਸੀ। ਉਹਨੇ ਆਪਣੇ ਹੱਥ ਨਾਲ ਇੱਕ ਦੀਵੇ ਵਿੱਚ ਤੇਲ ਪਾਇਆ, ਵੱਟੀ ਪਾਈ, ਆਪਣੇ ਦੀਵੇ ਚੋਂ ਅੱਗ ਲਾਈ ਤੇ ਉਹਦੇ ਹੱਥ ਵਿੱਚ ਫੜਾ ਦਿੱਤਾ। ਕਹਿਣ ਲੱਗਾ, ਲੈ ਸਫ਼ਰ ਕਰ, ਤੇਰੇ ਕੰਮ ਆਏਗਾ। ਉਹਨੇ ਦੀਵਾ ਫੜ ਲਿਆ ਤੇ ਦੀਵਾ ਫੜ ਕੇ ਬੈਠ ਗਿਆ। ਤੇ ਉਸ ਬਜ਼ੁਰਗ ਨੇ ਪੁੱਛਿਆ, ਬੈਠ ਕਿਉਂ ਗਿਆ ਹੈ? ਤੇ ਜਿੰਨੇ ਦੀਵਾ ਲਿਆ ਸੀ ਉਹਨੇ ਕਿਹਾ, ਦੀਵਾ ਜਗ ਗਿਆ, ਹੁਣ ਕੰਮ ਮੁੱਕ ਗਿਆ ਆਪਣਾ, ਹੁਣ ਕੀ ਕਰਨਾ, ਬੈਠ ਜਾਂਦੇ ਆਰਾਮ ਦੇ ਨਾਲ। ਉਹਨੇ ਕਿਹਾ, ਬਿਲਕੁਲ ਨਹੀਂ, ਗਲਤ ਹੈ। ਦੀਵਾ ਜਗਨ ਦੇ ਨਾਲ ਪੰਧ ਤੈਅ ਨਹੀਂ ਹੁੰਦੇ, ਦੀਵਾ ਜਗਾ ਕੇ ਉਹਦੀ ਲੋ ਵਿੱਚ ਤੁਰਨ ਨਾਲ ਪੰਧ ਤੈਅ ਹੁੰਦਾ ਹੈ, ਜਿੰਨਾ ਚਿਰ ਕੋਈ ਤੁਰਦਾ ਨਹੀਂ ਹੈ। ਅੱਜ ਇਸ ਦਿਨ ਵਿੱਚ ਕੁਝ ਵਿਚਾਰਾਂ ਕਰਨ ਦੀ ਲੋੜ ਹੈ। ਕਿਤੇ ਆਪਾਂ ਦੀਵਾ ਜਗਾ ਕੇ ਉਹਦੇ ਆਲੇ ਦੁਆਲੇ ਤੇ ਨਹੀਂ ਬੈਠ ਗਏ, ਕਿਤੇ ਸਫ਼ਰ ਤਾਂ ਹੋ ਹੀ ਨਹੀਂ ਰਿਹਾ। ਜਿੱਧਰ ਨੂੰ ਇਸ਼ਾਰਾ ਕੀਤਾ ਜਾ ਰਿਹਾ ਹੈ, ਜਿਹਦੇ ਵਾਸਤੇ ਚਾਨਣ ਹੈ ਗੁਰਬਾਣੀ, ਕੀ ਉਧਰ ਵੱਲ ਇੱਕ ਕਦਮ ਵੀ ਆਪਾਂ ਚੁੱਕਿਆ ਹੈ ਕਿ ਨਹੀਂ? ਕਿ ਜਾਂ ਅਸੀਂ ਇਸ ਹੰਕਾਰ ਵਿੱਚ ਵੀ ਬੈਠੇ ਹਾਂ ਕਿ ਆਪਣੇ ਕੋਲ ਦੀਵਾ ਬਹੁਤ ਵੱਡਾ ਹੈ, ਆਪਣੇ ਕੋਲ ਚਾਨਣ ਬੜਾ ਹੈ। ਚਾਨਣ ਤੋਂ ਬਿਨਾਂ ਸਫ਼ਰ ਤੈਅ ਨਹੀਂ ਹੁੰਦੇ ਤੇ ਚਾਨਣ ਦੀ ਲੋਹ ਦੇ ਵਿੱਚ ਤੁਰਨਾ ਪੈਂਦਾ ਹੈ, ਤਾਂ ਮਨੁੱਖ ਕਿਤੇ ਪਹੁੰਚ ਸਕਦਾ ਹੈ। ਗੁਰਬਾਣੀ ਚਾਨਣ ਹੈ, ਪਰ ਚਾਨਣ ਦੇ ਵਿੱਚ ਵੀ ਮਨੁੱਖ ਨੂੰ ਤੁਰਨਾ ਪਏਗਾ। ਇਸ ਕਰਕੇ ਅੱਜ ਦਾ ਦਿਨ ਬਹੁਤ ਖੁਸ਼ੀ ਦਾ, ਬਹੁਤ ਵੱਡੀ ਪ੍ਰਾਪਤੀ ਦਾ ਦਿਨ ਹੈ ਸਿੱਖ ਜਗਤ ਦੇ ਅੰਦਰ ਜਾਂ ਸੰਸਾਰ ਦੇ ਅੰਦਰ। ਜਾਂ ਇਉਂ ਕਹਿ ਲਈਏ ਕਿ ਇਸ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰ ਦਿੱਤਾ, ਤੇ ਇਸ ਤੋਂ ਖੁਸ਼ੀ ਗੁਰੂ ਜੋਤ ਨੂੰ ਵੱਡੀ ਕਦੀ ਵੀ ਖੁਸ਼ੀ ਨਹੀਂ ਸੀ ਹੋਈ ਜਿੰਨੀ ਇਸ ਦਿਨ ਖੁਸ਼ੀ ਹੋਈ ਸੀ। ਹਾਲਾਂਕਿ ਸਰੀਰਕ ਤੌਰ ਤੇ ਗੁਰੂ ਗੋਬਿੰਦ ਸਿੰਘ ਉਸ ਦਿਨ ਜ਼ਖਮੀ ਸਨ, ਜ਼ਖਮ ਸੀ ਪੇਟ ਦੇ ਉੱਤੇ ਜਿਹੜਾ ਵਾਰ ਹੋਇਆ ਸੀ ਉਹਦੇ ਕਰਕੇ। ਪਰ ਜਿਹੜੇ ਉੱਥੇ ਖੜੇ ਹੋਏ ਲੋਕ, ਉਹਨਾਂ ਦੀ ਕੁਝ ਕਲਾਮ ਸੀਨੇ ਬਸੀਨੇ ਦੱਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਇੰਨਾ ਜਲਾਲ ਕਦੀ ਨਹੀਂ ਸੀ ਵੇਖਿਆ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। 240 ਸਾਲਾਂ ਤੱਕ ਸਤਿਗੁਰੂ ਨੂਰ ਵਿੱਚ ਹੀ ਵਿਚਰਦੇ ਰਹੇ,
10 ਪਾਤਸ਼ਾਹਾਂ ਦੇ ਰੂਪ ਵਿੱਚ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜੇ ਪੰਧ ਤੈਅ ਕੀਤੇ, ਬਹੁਤ ਕੁਝ ਕੀਤਾ। ਪਰ ਉਹਨਾਂ ਨੇ ਕਿਹਾ ਪਤਾ ਨਹੀਂ ਉਸ ਦਿਨ ਦੁਨੀਆ ਕਿਹੜੀ ਸੀ। ਸਰੀਰ ਤਾਂ ਕਮਜ਼ੋਰ ਸੀ ਜ਼ਖਮ ਕਰਕੇ, ਪਰ ਚਿਹਰਾ ਇੰਨਾ ਭਖਦਾ ਸੀ ਵੀ ਅੱਖ ਚੁੱਕ ਕੇ ਉਹਦੇ ਵੱਲ ਵੇਖਿਆ ਨਹੀਂ ਸੀ ਜਾਂਦਾ। ਕਾਰਨ ਕੀ? ਇਹ ਖੁਸ਼ੀ ਇੰਨੀ ਸੀ। ਖੁਸ਼ੀ ਇੰਨੀ ਕਿਉਂ ਸੀ? ਕਿਉਂਕਿ ਜਿਹੜੀ ਗੱਲ ਵੇਈ ਨਦੀ ਦੇ ਕਿਨਾਰਿਓਂ ਤੁਰੀ ਸੀ ਅੱਜ ਸਿਰੇ ਤੇ ਪਹੁੰਚ ਗਈ ਸੀ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਤੋਂ ਤੁਰੀ ਸੀ ਅੱਜ ਉਹ ਚੀਜ਼ ਬਿਲਕੁਲ ਸਫਲ ਤੇ ਸੁਤੰਤਰ ਹੋ ਕੇ, ਬਿਲਕੁਲ ਨਿਰੋਲ ਹੋ ਕੇ, ਖਾਲਸ ਹੋ ਕੇ ਸਿਰੇ ਤੇ ਚਲੀ ਗਈ ਸੀ। ਉਹ ਕਿਹੜਾ ਸਿਧਾਂਤ ਸੀ? ਉਹ ਸਿਧਾਂਤ ਸੀ ਕਿ ਇੱਕ ਪੂਰਨ ਸੱਚ ਬਾਣੀ ਦੇ ਰੂਪ ਵਿੱਚ ਹੋਵੇ ਤੇ ਦੂਸਰਾ ਹਿੱਸਾ ਇਸ ਤਰ੍ਹਾਂ ਦਾ ਮਨੁੱਖ ਹੋਵੇ ਜਿਹੜਾ ਉਸ ਬਾਣੀ ਨੂੰ ਕਮਾ ਸਕੇ ਜੀਵਨ ਵਿੱਚ। ਇਸ ਗੱਲ ਨੂੰ ਖਿਆਲ ਵਿੱਚ ਰੱਖਣਾ। ਮੈਂ ਵਾਰ-ਵਾਰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਕੱਲਾ ਇਹ ਕਹਿ ਕੇ ਪੱਲਾ ਝਾੜਨਾ ਕਾਫੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿੰਦੇ ਆ ਤੇ ਜ਼ਿੰਮੇਵਾਰੀ ਆਪਣੀ ਉਸ ਤੋਂ ਜ਼ਿਆਦਾ ਵੱਧ ਜਾਂਦੀ ਹੈ। ਯਾਦ ਰੱਖੀਏ, ਜਦੋਂ ਕੋਈ ਬੱਚੀ ਉਹਨੂੰ ਪੱਲਾ ਫੜਾਇਆ ਜਾਂਦਾ ਹੈ ਤੇ ਲੋਕ ਉਸ ਘਰ ਦੀ ਬੜੀ ਉਸਤਤ ਕਰਦੇ ਨੇ ਜਿਹਦੇ ਵੱਲ ਉਹਨੇ ਜਾਣਾ ਹੈ। ਇਹ ਘਰ ਬਹੁਤ ਵੱਡਾ ਹੈ। ਸਿਆਣੇ ਲੋਕ ਕਹਿੰਦੇ ਜਿਹਦੇ ਵੱਲ ਉਸ ਬੱਚੀ ਦਾ ਆਨੰਦ ਕਾਰਜ ਹੋਇਆ ਹੈ, ਜਿੱਧਰ ਉਹਨੇ ਜਾਣਾ ਉਹਦੀ ਉਸਤਤ ਕੀਤੀ ਜਾਂਦੀ। ਇਹਨਾਂ ਕੋਲ ਜਾਇਦਾਦ ਬੜੀ ਹੈ, ਇਹਨਾਂ ਦਾ ਕੰਮ ਬਹੁਤ ਹੈ, ਇਹ ਸਿਆਣੇ ਬਹੁਤ ਨੇ, ਖਾਨਦਾਨੀ ਬਹੁਤ ਵੱਡੇ ਨੇ, ਇਹਨਾਂ ਦੀ ਸਰਕਾਰ ਦਰਬਾਰ ਵਿੱਚ ਬੜੀ ਚੱਲਦੀ ਹੈ, ਬਹੁਤ ਪਹੁੰਚ ਹੈ। ਇਹ ਗੱਲਾਂ ਸਾਰੇ ਕਰਦੇ ਨੇ, ਪਰ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਇਹ ਵੀ ਸੋਚਣ ਵਾਲਾ ਹੁੰਦਾ ਹੈ ਵੀ ਉਹ ਤੇ ਵੱਡੇ ਨੇ, ਜਿਹਨੇ ਇਹਨਾਂ ਦੇ ਵੱਲ ਜਾਣਾ ਹੈ ਉਹਦੇ ਵਿੱਚ ਵੀ ਕੁਝ ਹੈ ਕਿ ਨਹੀਂ। ਜਿਹਨੇ ਜਾ ਕੇ ਵਿੱਚ ਬਹਿਣਾ ਇਹਨਾਂ ਦੇ ਬੱਚੀ ਨੇ, ਉੱਥੇ ਵਰਤਣਾ ਹੈ, ਉਹਦੇ ਕੋਲ ਵੀ ਚੱਜ ਆਚਾਰ ਸਿਆਣਪ ਰਹਿਣ ਦਾ ਢੰਗ ਸੰਗ ਕਿਵੇਂ ਜਿਉਣਾ ਹੈ, ਉੱਥੇ ਜੀਵਨ ਵਿੱਚ ਨਵੇਂ ਪਰਿਵਾਰ ਵਿੱਚ ਜਾ ਕੇ ਕਿਵੇਂ ਰਹਿਣਾ ਹੈ, ਉਹਦੇ ਪੱਲੇ ਵੀ ਕੁਝ ਹੈ ਕਿ ਆਪਾਂ ਇਕੱਲੇ ਅਗਲੇ ਘਰ ਦੀ ਵਡਿਆਈ ਕਰੀ ਜਾਂਦੇ ਹਾਂ। ਗੁਰੂ ਵੱਡੇ ਹੋਣਾ ਇਹ ਹੈ ਕਿ ਅਗਲਾ ਘਰ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ 4 ਲਾਵਾਂ ਵੀ ਪੜ੍ਹਦੇ ਹਾਂ, ਪੱਲੇ ਦੀ ਗੱਲ ਵੀ ਕੀਤੀ ਜਾਂਦੀ ਹੈ। ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, ਹਬੇ ਸਾਗ ਕੁੜਾਵੇ ਥੀਏ ਤੋਂ ਪੱਲੇ ਤੈਂਡੇ ਲਾਗੀ। ਇਹ ਤੇ ਅਗਲਾ ਘਰ ਹੈ। ਗੁਰੂ ਤਾਂ ਵੱਡਾ ਹੈ, ਗੁਰੂ ਨੇ ਤੇ ਆਪਣਾ ਕੰਮ ਕਰ ਦਿੱਤਾ ਹੈ। ਗੁਰੂ ਨੇ ਤੇ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਆਪਣੇ ਕੰਮ ਨੂੰ ਪੂਰਾ ਕੀਤਾ ਹੈ। ਧਿਆਨ ਦਿਓ, ਗੁਰੂ ਨਾਨਕ ਸਾਹਿਬ ਨੇ ਲੋਕਾਂ ਤੋਂ ਭੂਤਨਾ ਅਖਵਾਇਆ, ਬਿਤਾਲਾ ਅਖਵਾਇਆ, ਕਿਸੇ ਨੇ ਆਦਮੀ ਕਿਹਾ, ਕਿਸੇ ਨੇ ਵਿਚਾਰਾ ਕਿਹਾ। ਉਦੋਂ ਲੋਕ ਕਹਿੰਦੇ ਹੋਣਗੇ ਵੀ ਨਾਨਕ ਜੀ ਕਿਹੜੇ ਚੱਕਰਾਂ ਵਿੱਚ ਪੈ ਗਏ ਨੇ, ਕਦੀ ਇੱਧਰ ਨੂੰ ਤੁਰੇ ਫਿਰਦੇ ਨੇ, ਕਦੀ ਉਧਰ ਨੂੰ, ਕੋਈ ਡੇਰਾ ਬਣਾ ਕੇ ਬਹਿ ਜਾਣਾ, ਆਰਾਮ ਕਿਉਂ ਨਹੀਂ ਕਰਦੇ। ਕਿਹਾ ਵੀ ਬੜਿਆਂ ਨੇ, ਕਈਆਂ ਨੇ ਜਿਹੜੇ ਪਿਆਰ ਵਾਲੇ ਵੀ ਸਨ ਉਹਨਾਂ ਨੇ ਵੀ ਕਿਹਾ ਵੀ ਬੈਠੋ, ਕਿਤੇ ਮਾਇਆ ਬੜੀ ਹੈ, ਬੈਠ ਜਾਓ। ਤੇ ਗੁਰੂ ਨਾਨਕ ਸਾਹਿਬ ਬਾਹਰੋਂ ਤੇ ਨਹੀਂ ਬੋਲੇ, ਅੰਦਰੋਂ ਉਹਨਾਂ ਦੇ ਇੱਕ ਧੁਨੀ ਉੱਠੀ ਸੀ, ਪਿਆਰਿਓ ਮੇਰਾ ਅਜੇ ਸਫ਼ਰ ਇੱਥੇ ਮੁੱਕਦਾ ਨਹੀਂ ਪਿਆ, ਮੇਰਾ ਸਫ਼ਰ ਮੁੱਕਣਾ ਜਾ ਕੇ ਹਜ਼ੂਰ ਸਾਹਿਬ ਦੀ ਧਰਤੀ ਤੇ। ਜਿੱਦਣ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ ਤੇ ਨਾਲ ਇੱਕ ਬੰਦਾ ਬਿਠਾ ਦੇਣਾ ਜਿਹੜਾ ਉਹਨੂੰ ਆਪਣੇ ਜੀਵਨ ਵਿੱਚ ਕਮਾਏਗਾ। ਉਹਨੂੰ ਖਾਲਸਾ ਕਿਹਾ ਹੈ। ਜਿੱਥੇ 10 ਪਾਤਸ਼ਾਹੀਆਂ ਨੇ 240 ਸਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ, ਉਹਦੇ ਤੋਂ ਵੱਡਾ, ਸਭ ਤੋਂ ਵੱਡਾ ਇੱਕ ਕੰਮ ਸੀ ਵੀ ਉਹਨੂੰ ਕਮਾਉਣ ਵਾਲਾ ਬੰਦਾ ਵੀ ਤੇ ਨਾਲ ਖੜਾ ਕਰਨਾ ਹੈ। ਕਿੰਨੇ ਕਮਾਉਣਾ ਇਸ ਨੂੰ? ਇੰਨਾ ਵੱਡਾ ਸੱਚ ਜਿਹੜਾ ਹੈ, ਇਉਂ ਕਹਿ ਲਈਏ ਕਿ ਪਿੱਛੇ ਦਰਿਆ ਤੇ ਖੜਾ ਹੈ, ਪਾਣੀ ਤੇ ਬਹੁਤ ਭਰਿਆ ਹੋਇਆ ਹੈ, ਪਰ ਜਿੰਨਾ ਵੱਡੀ ਮਿਕਦਾਰ ਵਿੱਚ ਪਾਣੀ ਹੈ ਉਹਨੇ ਉਸ ਦਰਿਆ ਦੇ ਕਿਨਾਰੇ ਵੀ ਤਾਂ ਵੱਡੇ ਕਰਨੇ ਪੈਂਦੇ ਜਿਹਦੇ ਅੰਦਰ ਉਸ ਪਾਣੀ ਨੂੰ ਚਲਾਉਣਾ ਹੈ। ਇਸ ਲਈ ਖਾਲਸੇ ਦੀ ਸਾਜਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਘੱਟ ਨਹੀਂ ਹੈ। ਇਹ ਖਿਆਲ ਵਿੱਚ ਰੱਖਣਾ, ਕੋਈ ਘੱਟ ਨਹੀਂ। ਬੜੀ ਮੁਸ਼ਕਲ ਨਾਲ ਬਣਾਇਆ ਹੈ, ਬੜੀ ਮਿਹਨਤ ਕਰਕੇ ਬਣਾਇਆ ਹੈ। ਬੜਿਆਂ ਨੇ ਕਿਹਾ ਮਹਾਰਾਜ ਕਿੱਧਰ ਤੁਰੇ ਫਿਰਦੇ ਹੋ, ਘਰ ਛੱਡ ਦਿੱਤਾ ਜੇ, ਬੱਚੇ ਤੁਹਾਡੇ ਬੇਬੇ ਭੈਣ ਨਾਨਕੀ ਕੋਲ ਤੁਸੀਂ ਛੱਡ ਆਇਓ। ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਬਹੁਤ ਕੁਝ ਤੁਹਾਨੂੰ ਪਤਾ ਜਿਵੇਂ ਚੱਲਦਾ। ਬੜਿਆਂ ਨੇ ਕਿਹਾ ਇੱਕ ਪਰਿਵਾਰ ਨਹੀਂ ਪਾਲ ਸਕਿਆ, ਲੋਕਾਂ ਨੂੰ ਕੀ ਦੇਗਾ। ਇਹ ਬਹੁਤ ਕੁਝ ਹੁੰਦਾ ਹੈ ਨਾ, ਸਭ ਕੁਝ।
क्योंकि जिन्नी छोटी मत है उन्नी छोटी गल है, जिन्नी समझ छोटी है मनुख उन्ना घटिया सोचेगा, उन्ना घटिया बोलेगा। बहुत सारे लोगों ने गुरु नानक साहब नूं कहा आ दो बच्चों नूं रोटी नहीं खवा सकिया, संसार नूं की कह देगा। पर मेरे बाबे नानक ने कहा सी मैं अजे बोलना नहीं, पर मैं तुहानूं कहना चाहुंदा ਲੱਖਾਂ ਲੋਕਾਂ ਨੂੰ रोटी ਖਵਾਉਣ वास्ते एक दो ਨੂੰ ਛੱਡਣਾ ਪੈਂਦਾ है। जो कुछ मैं बनना है ਤੇ ਜੇ ਮੈਂ ਨਾ ਦੋ ਚਾਰ ਜੀਆਂ ਦੇ ਆਰੇ ਲੱਗ ਗਿਆ ਤੇ ਉਹ ਕੰਮ ਵਿੱਚ ਹੀ ਰਹਿ ਜਾਏਗਾ। ਮੈਨੂੰ ਕੰਮ ਬਹੁਤ ਵੱਡਾ ਸੌਂਪ ਕੇ ਭੇਜਿਆ ਰੱਬ ਨੇ। ਇਸ ਲਈ ਸੰਸਾਰ ਦੇ ਲੋਗੋ ਠੀਕ ਹੈ ਪਰਿਵਾਰ ਪਾਲ ਲਓ ਆਪਣਾ, ਤੁਸੀਂ ਬਣਾਓ ਵੱਡੇ ਵੱਡੇ ਮਕਾਨ, ਚੰਗੀ ਗੱਲ ਹੈ, ਵਸਦੇ ਰਹੋ, ਮਾਇਆ ਜਾਦੀ ਹੋਣੀ ਚਾਹੀਦੀ ਹੈ, ਪਰਿਵਾਰ ਸਭ ਕੁਝ ਚੱਲਣਾ ਚਾਹੀਦਾ ਹੈ। पर प्यारे ये काम छोटा है, मैनू बहुत बड़ा काम रब ने दिता है, मैं वो काम करना है। एक समय क्या भी सी भाई मरदाने ने सतगुरु आराम क्यों नहीं करते, बारिश बहुत पैंदी है, किते बैठ जाओ टेक के। सामने आ रहा सी जिन्हों बाणी विच लागी कहा गया है, क्योंकि बाणी विच सादे शब्द मेरे पढ़न विच आउंदे ने। भगत जी कहंदे ने नूं सुनेहे देण वाला, बुतकारिया शब्द किया गया, डाकिया कहने आपां, हुण पोस्टमैन कह देंगे, वह तुरिया हुंदा सी। गुरु नानक साहब नूं भाई मरदाना जी कहंदे ने आराम कर लो, बारिश दे दिन ने, टिक जाओ, शरीर थक गए ने, तुर तुर के बड़ी दूर दे सफर कीते ने। सतगुरां ने क्या मरदानिया वो सामने कौन तुरिया हुंदा है? वेख्या हथ विच झोला, पहचान आ गई। उदों भी चिन्ह हुंदे सन हर एक महकमे दे, एक किहदे विच काम कर रहा, दूरों ही पता लग गया पोस्टमैन है, चिट्ठियां वंडण वाला। महाराज ये तो डाकिया लगता है, ये तो लागी है सुने देण वाला, चिट्ठियां देण वाला। सतगुरां ने क्या मरदानिया किहदी चिट्ठी किनू देंदा है? कहन लगा किसी भैन दी चिट्ठी भरा नूं, किसी मां दी चिट्ठी पुत्तर नूं, किसी पुत्र दी चिट्ठी पिता नूं, उहदे विच सुनेह लिखे हुंदे ने। ਇਹਦੀ ਇਹ ਡਿਊਟੀ ਹੈ। ਸਤਿਗੁਰਾਂ ਨੇ ਭਾਈ ਮਰਦਾਨੇ ਦੇ ਮੋਢੇ ਤੇ ਹੱਥ ਰੱਖਿਆ, ਕਹਿਣ ਲੱਗੇ ਮਰਦਾਨਿਆਂ ਇਹ ਤੇ ਭੈਣਾਂ ਦੀਆਂ ਚਿੱਠੀਆਂ ਭਰਾਵਾਂ ਨੂੰ ਦਿੰਦਾ ਹੈ, ਮਾਵਾਂ ਦੀਆਂ ਚਿੱਠੀਆਂ ਪੁੱਤਰਾਂ ਨੂੰ ਦਿੰਦਾ ਹੈ, ਪਰ ਮੈਂ ਤੇ ਰੱਬ ਦੀਆਂ ਚਿੱਠੀਆਂ ਸਾਰੇ ਸੰਸਾਰ ਨੂੰ ਦੇਣੀਆਂ ਨੇ। ਇਹ ਆਰਾਮ ਨਹੀਂ ਕਰਦਾ ਪਿਆ, ਤੂੰ ਦੱਸ ਮੈਂ ਕਿਵੇਂ ਆਰਾਮ ਕਰਾਂ? ਮੈਂ ਬਹੁਤ ਤੱਕ ਦੂਰ ਤੱਕ ਜਾ ਕੇ ਸੁਨੇਹੇ ਦੇਣੇ ਨੇ, ਮੈਨੂੰ ਬਹੁਤ ਵੱਡਾ ਕੰਮ ਦੇ ਕੇ ਭੇਜਿਆ ਉਹਨੇ। ਤੇ ਉਹ ਕੰਮ ਅੱਜ ਸੰਪੂਰਨ ਹੋਇਆ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਸੀ। ਲੰਘ ਲੰਘ ਕੇ ਵੱਡੇ ਵੱਡੇ ਜੰਗਲਾਂ ਦੇ ਵਿੱਚੋਂ ਮੇਰੇ ਸਤਿਗੁਰੂ ਨਾਨਕ ਨੇ ਸਰੀਰ ਦੇ ਉੱਤੇ ਗਰਮੀਆਂ, ਸਰਦੀਆਂ, ਠੰਡ, ਧੁੱਪ, ਛਾਵਾਂ, ਕਈ ਮੌਸਮ, ਲੋਕਾਂ ਦੇ ਤਾਨੇ ਮਿਹਨੇ, ਵਿਦੇਸ਼ੀ ਲੋਕਾਂ ਦਾ ਖਰਵਾਪਣ ਸੁਭਾਅ, ਕਈ ਕੁਝ ਆਪਣੇ ਉੱਤੇ ਹੰਢਾਇਆ। ਕਾਹਦੇ ਵਾਸਤੇ? ਅੱਜ ਦਾ ਦਿਨ ਵੇਖਣ ਵਾਸਤੇ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਛੋਟੇ ਜਿਹੇ ਨੂੰ, ਉਹਨੂੰ ਬੜਾ ਪਰਹੇਜ਼ ਰੱਖਣਾ ਪੈਂਦਾ, ਦਿਨ ਰਾਤ ਉਹਦੇ ਧਿਆਨ ਵਿੱਚ ਤੁਰੀ ਰਹਿੰਦੀ, ਇਹਨੂੰ ਕਿਤੇ ਠੰਡ ਨਾ ਲੱਗ ਜਾਏ, ਇਹਨੂੰ ਕਿਤੇ ਗਰਮੀ ਨਾ ਲੱਗ ਜਾਏ, ਦਿਨ ਰਾਤ ਉਹਨੂੰ ਸੰਭਾਲ ਕੇ ਰੱਖਦੀ, ਇਹਨੂੰ ਕਿਤੇ ਨਜ਼ਰ ਨਾ ਲੱਗ ਜਾਏ। ਔਰ ਇੱਥੋਂ ਤੱਕ ਉਹਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਕਿ ਜਿੱਦਣ ਉਹ ਬੱਚਾ ਬਿਮਾਰ ਹੋ ਜਾਏ, ਹਕੀਮ ਤੇ ਡਾਕਟਰ ਉਹਨੂੰ ਕਹਿ ਦਿੰਦੇ ਨੇ ਤੇਰੀ ਮਾਂ, ਉਸ ਮਾਂ ਨੂੰ ਉਹ ਕਹਿੰਦਾ ਵੀ ਤੂੰ ਆਪਣੇ ਖਾਣੇ ਪੀਣੇ ਵਿੱਚ ਕੋਈ ਗਲਤੀ ਕਰ ਲਈ ਏ, ਤੂੰ ਕੁਝ ਗਲਤ ਖਾਧਾ ਹੈ ਤੇ ਤੇਰਾ ਦੁੱਧ ਪੀਣ ਕਰਕੇ ਤੇਰਾ ਬੱਚਾ ਬਿਮਾਰ ਹੋ ਗਿਆ ਹੈ। ਇਹ ਵੀ ਪਾਬੰਦੀ ਆਪਣੇ ਉੱਤੇ ਸਹਿੰਦੀ ਹੈ। ਬੱਚੇ ਨੂੰ ਤੰਦਰੁਸਤ ਰਹਿਣ ਵਾਸਤੇ ਮਾਂ ਨੂੰ ਕਈ ਚੀਜ਼ਾਂ ਤੋਂ ਗੁਰੇਜ਼ ਕਰਨਾ ਪੈਂਦਾ, ਖਾਣ ਪੀਣ ਤੋਂ, ਤਾਂ ਉਹ ਕਿਤੇ ਪਲ ਕੇ ਵੱਡਾ ਹੁੰਦਾ। ਪਰ ਉਹ ਕਾਹਦੇ ਵਾਸਤੇ? ਉਸ ਮਾਂ ਦੇ ਮਨ ਵਿੱਚ ਕੀ ਹੈ ਜਿਹਦੇ ਵਾਸਤੇ ਉਹ ਦਿਨ ਰਾਤ ਉਹਦੇ ਪਿੱਛੇ ਤੁਰੀ ਫਿਰਦੀ, ਉਹਨੂੰ ਪਾਲਦੀ ਏ? ਉਹਦੇ ਮਨ ਵਿੱਚ ਇੱਕੋ ਗੱਲ ਹੈ, ਕਿਸੇ ਦਿਨ ਮੇਰਾ ਬੱਚਾ 20, 22, 25 ਸਾਲ ਦਾ ਹੋਵੇਗਾ, ਇਹਦੇ ਮੱਥੇ ਤੇ ਸਿਹਰਾ ਬੰਨਾਂਗੀ, ਘੋੜੀ ਤੇ ਚੜੇਗਾ ਤੇ ਇਹ ਸੰਸਾਰ ਦੇ ਵਿੱਚ ਤੁਰੇਗਾ ਤੇ ਮੇਰੇ ਅੰਦਰ ਨੂੰ ਠੰਡ ਪੈ ਜਾਏਗੀ। ਗੁਰੂ ਨੇ ਜੋ ਕੁਝ ਕੀਤਾ 240 ਸਾਲਾਂ ਵਿੱਚ, ਉਹ ਸਾਰਾ ਕੁਝ ਇੱਕ ਮਾਂ ਦਾ ਕੰਮ ਸੀ। ਗੁਰੂ ਨੂੰ ਮਾਂ ਕਿਹਾ ਬਾਣੀ ਵਿੱਚ, ਤੂੰ ਗੁਰ ਪਿਤਾ, ਤੂੰ ਗੁਰ ਮਾਤਾ, ਤੂੰ ਗੁਰ ਬੰਧਪ, ਮੇਰਾ ਸਖਾ ਸਿਖਾਏ। ਗੁਰੂ ਨਾਨਕ ਸਾਹਿਬ ਨੇ ਬਹੁਤ ਜੰਗਲ ਝਾਂਗੇ,
बड़िया राहां तो लंघे, कदी पश्चिम वाल चले गए, कदी केरला, तमिलनाडु, श्रीलंका, उड़ीसा, बिहार, इधर जगन्नाथपुरी, सारे इलाके तय कर दिते। कादे वास्ते? इस दिन नूं वेखण वास्ते, जदों मैं संसार नूं यह कह सकां कि सब सिखण को हुक्म है, गुरु मानियो ग्रंथ। इस दिन नूं लियाउण वास्ते सब कुछ कीता। उहदे तो अगे तुरदे गए। उन्होंने पश्चिम वाले पासे अरब देशों दे विच जाके सब कुछ वेख्या, इकट्ठा किया। समा अगे लंघदा गया। थोड़ी जी मैं झाती, क्योंकि अज दा दिन बहुत महत्वपूर्ण है। वो सारा कुछ इकट्ठा कर रहा। ते सिद्धांत की सी गुरु ग्रंथ साहिब जी दा? एक थां ते चले गए ने, बड़ी वड्डी गिनती विच लोग इकट्ठे होए बैठे ने। वो विश्व दी वो थां सी जिथे दुनिया दे बहुत वड्डी गिनती दे लोकां दा अकीदा सी, शरधा सी। उथे आके सिजदा करदे सन। चले गए, वेख्या कि प्रेम भुल गया है, रब दी गल तां भुल गई है। जेड़ा संदेश वो निराकार वैगुरु देना चाहुंदा वो भुल गया है। कर्मा कांडां विच लुकाई फस गई है। कोई कहंदा पश्चिम वाले पासे रब है, कोई पूरब वाले पासे, कोई किसी मंदिर विच कहंदा है, कोई किसी थां ते कह रहा है। ते मेरे सतगुरु नानक जिथे कोई जानकार नहीं, जिथे अपना कोई नहीं, अपने देश दी उथे सुनी भी कोई नहीं जानी, बड़े खरवे लोग ने। धन गुरु नानक साहब ये दिन वेखण वास्ते उथे लत्तां उधर नूं करके बैठ के जिधर लोकां दा रब हुंदा सी। लम्मे पै गए, आराम करन लग पे, रौला पै गया। वो शरई लोग दौड़न लग पे, मर्यादा भंग हो गई। उन्होंने भज दौड़ की, वड्डा आ गया, काजी साहब आ गए, जीवन जी। उन्होंने बड़े गुस्से में आके गरज के क्या, कौन है काफर जेड़ा रब वाले पासे पैर करके पिया होया? ये किथों आया, तू कौन है? सतगुरां ने क्या, काजी साहब गुस्सा ना करो, मैं तो विदेशी हाँ, मैनू नहीं पता तुहाडा रब किधर रहिंदा है। सीधा जिहा आदमी है, इन्ना पढ़िया होया नहीं, इस करके थकिया भी होया। हुण भावें मैनू जाग आई है, पर मेरे विच इन्नी हिम्मत नहीं मैं लत्तां चुक के दूजे पासे कर लवां। जे तुसी किरपा करनी चाहुंदे हो ते मेरियां लत्तां आप ही दूजे पासे कर दिओ। ਇਹਦੇ ਤੋਂ ਪਹਿਲਾਂ ਉਹਨੇ ਲੱਤ ਵੀ ਮਾਰੀ ਸੀ। ਭਾਈ ਗੁਰਦਾਸ ਜੀ ਕਹਿੰਦੇ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਹੈ ਕੁਫਰ ਕੁਫਾਰੀ। ਕੌਣ ਸੁੱਤਾ ਹੋਇਆ ਕਾਫਰ? ਲੱਤ ਮਾਰ ਕੇ ਆਖਿਆ। ਪਤਾ ਨਹੀਂ ਕਿੰਨੀ ਕੁ ਜਿਰਾਂਦ ਹੋਏਗੀ ਉਸ ਬਲਦੇ ਹੋਏ ਭਾਂਬੜ ਦੇ ਅੰਦਰ, ਜਿਹੜਾ ਸੱਚ ਦਾ ਭਾਂਬੜ ਸੀ। ਆਪਣੇ ਤੇ ਪੱਲੇ ਹੀ ਕੁਝ ਨਹੀਂ ਹੁੰਦਾ, ਤਾਂ ਕਹਿੰਦੇ ਰਿੱਧੀਆਂ ਸਿੱਧੀਆਂ ਕੋਈ ਨਹੀਂ ਹੁੰਦੀਆਂ, ਆਪਣੇ ਕੋਲ ਹੈ ਹੀ ਕੁਝ ਨਹੀਂ ਹੈ। मेरे ख्याल विच पता नहीं वो केड़ी अवस्था होगी जदों जीवन काजी लत मार के बच गया गुरु नानक साहब। केड़ी थां होगी, वो केड़ी अवस्था विच उन्होंने रोक दिता होएगा सारा कुछ। नहीं तो एक पानी दा घड़ा उन्होंने चुकाया सी भी पानी लियाओ जाके, ते कुदरत हरकत विच आ गई सी, खूहां विचों पानी सुक गया सी। क्यों नानक नूं पानी लियाउण वास्ते कहा गया? ये सारी वारी नहीं हुंदा, ये ध्यान विच रखना जरूरी नहीं। ये समय दी गल है, कदों कुदरत हरकत विच आ जाए अपने भगत नूं वेख के, सारी वारी इस तरह नहीं हुंदा। कोई कारण हुंदे ने, किसी थां ते हो जांदा, किते नहीं हुंदा। इत्थे नहीं होया। जदों वेखने आ लत मारी ते काजी दी, ते उत्थे एक सुगंधी भी कोई नहीं सी लभणी, क्योंकि पिछे इन्नी वड्डी ताकत खड़ी सी। पर सतगुरु ने रोक दिता। उन्हां दा एक सिद्धांत सी कि बंदे नूं बदल देना, मनुख विच तब्दीली लिया देनी। उस वेले भाई मरदाने ने बाद विच कहा भी महाराज लत मार के सुक्का चला गया है, फकीरी दा फायदा की है, कर देना सी कुछ ना कुछ। सतगुरां ने कहा कर तां देंदे, पर मेरे मन विच आ गया चलो इस बंदे नूं सीधे राह ते पा दी। सीधा राह किहड़ा है? कहन लगे चलो कोई नहीं, लत मार लई मरदाने, जे कोई दर्द होई तो सरों दा तेल दी मालिश तेरे तो करवा लवांगे, पर एक गल याद रखी, अज मैनू ते लत मार बैठा, परत के किसी नूं गुस्से नाल बोलेगा भी ना। मैं इहदे अंदर इन्नी तब्दीली कर दियांगा, इहदे अंदर इन्ना फर्क पा दियांगा मैं,
ਕਿ ਇਹਦੇ ਅੰਦਰ ਇਹ ਬਿਰਤੀਆਂ ਹੀ ਨਸ਼ਟ ਹੋ ਜਾਣਗੀਆਂ, ਇਹਦੀ ਲੱਤ ਖਤਮ ਕਰਨ ਦੇ ਨਾਲ ਕੋਈ ਮਸਲਾ ਹੱਲ ਕੋਈ ਨਹੀਂ ਹੋਣਾ। ਸਵਾਦ ਤਾਂ ਹੈ ਉਸ ਮਨ ਨੂੰ ਬਦਲ ਦੇਣਾ ਜਿਹੜਾ ਅੰਦਰੋਂ ਲੱਤ ਮਾਰਨ ਵਾਸਤੇ ਪ੍ਰੇਰਦਾ ਪਿਆ, ਉਹਦੀ ਤਬਦੀਲੀ ਕਰ ਦੇਣੀ। ਸਤਿਗੁਰਾਂ ਨੇ ਕਿਹਾ ਮੈਂ ਥੱਕਿਆ, ਤੁਸੀਂ ਪਾਸਾ ਬਦਲ ਦਿਓ, ਮੈਨੂੰ ਤਾਂ ਸਮਝ ਹੀ ਕੋਈ ਨਹੀਂ ਕਿੱਧਰ ਹੈ ਤੁਹਾਡਾ ਰੱਬ, ਉਧਰ ਨੂੰ ਕਰ ਦਿਓ। ਉਸ ਵੇਲੇ ਭਾਈ ਗੁਰਦਾਸ ਜੀ ਕਹਿੰਦੇ ਟੰਗੋਂ ਪਕੜ ਘਸੀਟਿਆ, ਗੁਰੂ ਨਾਨਕ ਸਾਹਿਬ ਜੀ ਦੀਆਂ ਲੱਤਾਂ ਫੜ ਕੇ ਜੀਵਨ ਨੇ ਘਸੀਟਿਆ। ਇਹ ਹੁਣ ਗੁਰੂ ਦੀ ਮੌਜ ਏ, ਫੜੇ ਤਾਂ ਚਰਨ ਹੀ ਨਾ ਆਖਰ ਭਾਵੇਂ ਗੁੱਸੇ ਨਾਲ ਹੀ ਫੜੇ ਸਨ। ਗੁਰੂ ਨੂੰ ਤਰਸ ਆ ਗਿਆ, ਉਦੋਂ ਫਿਰ ਸ਼ਕਤੀ ਲਾ ਦਿੱਤੀ ਉੱਤੇ ਸਾਰੀ ਵੀ ਇਸ ਬੰਦੇ ਦਾ ਉਧਾਰ ਕਰਨ। ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਇਹਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ। ਇੱਕ ਤੇ ਮੱਕਾ ਸ਼ਹਿਰ ਫਿਰ ਗਿਆ ਸਾਰਾ, ਗੁਰੂ ਨਾਨਕ ਸਾਹਿਬ ਦੇ ਪਿੱਛੇ ਦੌੜਨ ਲੱਗ ਪਿਆ ਵੀ ਇੱਕ ਕਲਾ ਹੈ। ਤੇ ਦੂਜਾ ਇਹ ਵੀ ਸਚਾਈ ਹੈ ਕਿ ਜਦੋਂ ਉਹਨਾਂ ਦੇ ਪੈਰ ਫੇਰੇ ਗਏ, ਜੀਵਨ ਕਾਜੀ ਜਿੱਧਰ ਪਿਛਲੇ ਪਾਸੇ ਵਹਿੰਦਾ ਉੱਥੇ ਪਿੱਛੇ ਮੱਕਾ ਖੜਾ ਹੁੰਦਾ ਹੈ। 2-3 ਵਾਰੀ ਘੁਮਾਇਆ, ਧੰਨ ਗੁਰੂ ਨਾਨਕ ਸਾਹਿਬ ਇੰਨੀ ਵਾਰੀ ਉਹ ਸਹਾਰ ਗਏ ਕਿ ਉਹ ਘੁਮਾਉਂਦਾ ਰਿਹਾ ਪਰਤ ਕੇ, ਇੰਨੀ ਵਾਰੀ ਉਹ ਪਾਸੇ ਬਦਲਦਾ ਰਿਹਾ। ਕਿੰਨੀ ਕੁ ਜਿਰਾਂਦ ਹੋਵੇਗੀ ਤੁਹਾਡੇ ਵਿੱਚ ਕਿ ਤੁਸੀਂ ਫਿਰ ਵੀ ਬੋਲੇ ਨਹੀਂ, ਕਿਉਂਕਿ ਉਸ ਬੰਦੇ ਦਾ ਉਧਾਰ ਕਰਨਾ ਚਾਹੁੰਦੇ ਨੇ। ਗੁਰੂ ਦਾ ਇਹ ਹੀ ਅਰਥ ਹੈ, ਉਹ ਚਾਹੁੰਦਾ ਹੈ ਕਿ ਬੰਦਾ ਮੇਰੇ ਉੱਤੇ ਸ਼ੰਕਾ ਨਾ ਕਰ ਜਾਏ। ਮੇਰੇ ਸਾਹਮਣੇ ਇੱਕ ਘਟਨਾ ਆ ਗਈ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਜਿੱਦਣ ਮਾਛੀਵਾੜੇ ਵਿੱਚ ਸਨ, ਉਥੇ ਇੱਕ ਸੱਜਣ ਦੇ ਘਰ ਵਿੱਚ ਸਨ, ਕੁਝ ਘੰਟੇ ਰਹੇ ਸਨ। ਹੈ ਤੇ ਸ਼ਰਧਾਲੂ ਸੀ ਪਿਆਰ ਵਾਲਾ, ਰਾਤ ਉਹਦੇ ਵੱਲ ਰਹੇ ਚੁਬਾਰੇ ਵਿੱਚ, ਬੜੀ ਉਹਨੇ ਸੇਵਾ ਕੀਤੀ। ਦੁਆਲਿਓਂ ਘੇਰੇ ਪੈ ਗਏ, ਪਰ ਸਤਿਗੁਰੂ ਅੰਦਰ ਬੈਠੇ ਨੇ, ਉਹ ਥੱਲੇ ਹੈ। ਉਹਦੀ ਘਰ ਵਾਲੀ ਨੇ ਕਿਹਾ ਫੜੇ ਜਾਓਗੇ, ਸਰਕਾਰ ਖਤਮ ਕਰ ਦੇਗੀ। ਉਹਦੇ ਅੰਦਰ ਸ਼ੰਕੇ ਦੀ ਜੜ, ਸ਼ੰਕੇ ਦਾ ਬੀਜ ਫੁੱਟਣਾ ਸ਼ੁਰੂ ਹੋ ਗਿਆ। ਅੰਦਰ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ, ਗੁਰੂ ਨੂੰ ਕਹਿ ਦੀ ਇੱਥੋਂ ਚਲੇ ਜਾਓ। ਤੇ ਜਦੋਂ ਸਿੱਖ ਦੇ ਅੰਦਰ ਇਹ ਮਨਸੂਬਾ ਸ਼ੁਰੂ ਹੋਇਆ ਕਿ ਗੁਰੂ ਗੋਬਿੰਦ ਸਿੰਘ ਨੂੰ ਕਹੀਏ ਸਾਡੇ ਘਰੋਂ ਚਲੇ ਜਾਓ, ਉਧਰ ਤਾਰਾਂ ਖੜਕ ਗਈਆਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਵੀ ਇਹਨੇ ਸੇਵਾ ਕੀਤੀ ਹੈ, ਬੜੀ ਵੱਡੀ ਸੇਵਾ ਕੀਤੀ ਹੈ ਰਾਤ, ਤੇ ਹੁਣ ਇਹ ਕਰਕੇ ਗਵਾਉਣ ਲੱਗਾ। ਇਹਦਾ ਕੋਈ ਤਰੀਕਾ ਲੱਭਣਾ ਚਾਹੀਦਾ। ਇਹਨੇ ਕੀਤੀ ਹੈ ਸੇਵਾ, ਪਰ ਜੇ ਇਹਨੇ ਉੱਤੇ ਆ ਕੇ ਇੱਕ ਵਾਰੀ ਕਹਿ ਦਿਆ ਮੇਰੇ ਘਰੋਂ ਚਲੇ ਜਾਓ, ਪਤਾ ਨਹੀਂ ਅਰਬਾਂ ਜਨਮ ਇਹਨੂੰ ਆਪਣਾ ਘਰ ਹੀ ਨਾ ਮਿਲੇ। ਇੱਕ ਵਾਰੀ ਕਹਿ ਦਿੱਤਾ ਨਾ ਇਹਨੇ ਮੂੰਹ ਤੋਂ, ਇਹ ਤੇ ਬਹੁਤ ਦੂਰ ਵਿਚਾਰਾ ਚਲਾ ਜਾਏਗਾ। ਤੇ ਰਾਤ ਸੇਵਾ ਕਰਦਾ ਰਿਹਾ, ਅੰਦਰ ਚਲੀ ਗਈ ਗੱਲ। ਇਹ ਤਾਂ ਪਿਆਰ ਵਾਲਾ ਹੈ, ਸਮੇਂ ਨੇ ਇਹਦੇ ਵਿੱਚ ਸ਼ੰਕਾ ਪੈਦਾ ਕਰ ਦਿੱਤਾ ਹੈ, ਇਸ ਲਈ ਇਹ ਤਾਂ ਭਟਕ ਜਾਏਗਾ। ਇਹਦੀ ਜ਼ੁਬਾਨ ਤੋਂ ਇੱਕ ਵਾਰੀ ਸ਼ਬਦ ਨਿਕਲ ਗਿਆ ਇੱਥੋਂ ਚਲੇ ਜਾਓ, ਤੇ ਤੁਰੇ ਫਿਰੇਗਾ, ਪਰਤ ਕੇ ਥਾਂ ਨਹੀਂ ਮਿਲਣੀ। ਇਸ ਕਰਕੇ ਝਟਪਟ ਉੱਠ ਪਏ। ਉਹ ਪੌੜੀਆਂ ਤੇ ਚੜ੍ਹਨ ਲੱਗਾ ਸੀ ਕਹਿਣ ਵਾਸਤੇ, ਝਟਪਟ ਉੱਠੇ। ਉਹ ਬੋਲਣ ਹੀ ਲੱਗਾ ਸੀ, ਸਤਿਗੁਰਾਂ ਨੇ ਹੱਥ ਕਰ ਦਿੱਤਾ, ਕਹਿਣ ਲੱਗੇ ਭਾਈ ਚੁੱਪ ਕਰ, ਤੂੰ ਬੜੀ ਸੇਵਾ ਕੀਤੀ ਏ, ਅਸੀਂ ਚੱਲੇ ਹਾਂ, ਤੂੰ ਬਹੁਤ ਸੇਵਾ ਕੀਤੀ ਏ। ਇੰਨਾ ਪਿਆਰ ਕਰਨ ਵਾਲਾ ਗੁਰੂ, ਉਹਨੂੰ ਪਤਾ ਹੈ ਕਿ ਇਹ ਹੁਣ ਗਲਤ ਕਰਨ ਲੱਗਾ ਹੈ, ਉਹਦੇ ਗਲਤ ਕਰਨ ਤੋਂ ਪਹਿਲਾਂ ਆਪ ਹੀ ਉੱਠ ਕੇ ਤੁਰ ਪਏ, ਤਾਂ ਕਿ ਇਹਦਾ ਜੀਵਨ ਕਿਤੇ ਭਟਕ ਨਾ ਜਾਏ, ਦੂਰ ਨਾ ਚਲਾ ਜਾਏ। ਉਸ ਵਕਤ ਗੁਰੂ ਕੇ ਸਵਾਰਿਓ ਸਤਿਗੁਰਾਂ ਨੇ ਵੇਖਿਆ, ਫਿਰਿਆ ਮੱਕਾ ਕਲਾ ਦਿਖਾਰੀ, ਮੱਕਾ ਫਿਰ ਗਿਆ ਜਿੱਧਰ ਵਹਿੰਦਾ ਹੈ। ਹੈਰਾਨ ਹੋ ਗਿਆ, ਪਰਤ ਕੇ ਉਹਨੇ ਪੈਰ ਛੱਡੇ, ਅੱਖਾਂ ਮਲ ਮਲ ਕੇ ਵੇਖੀਆਂ, ਅੱਖਾਂ ਵਿੱਚ ਪਾਣੀ ਦੇ ਛੱਟੇ ਮਾਰੇ, ਕਿਤੇ ਨਜ਼ਰ ਤਾਂ ਨਹੀਂ ਖਰਾਬ ਹੋ ਗਈ। ਪਰ ਨਹੀਂ, ਜਿੱਧਰ ਪੈਰ ਜਾਂਦੇ ਨੇ ਉਧਰ ਮੱਕਾ ਦਿਸਦਾ ਹੈ। ਚੌਵਾਂ ਪਾਸੇ ਰੌਲਾ ਪੈ ਗਿਆ, ਲੋਕ ਇਕੱਠੇ ਹੋ ਗਏ। ਇਹ ਇੱਕ ਤਰੀਕਾ ਸੀ ਮੱਕਾ ਫਿਰਨ ਦਾ। ਇਹ ਬੜਾ ਸਵਾਲ ਉੱਠਦਾ ਸਾਡੇ ਵਿੱਚ, ਫਿਰਿਆ ਕਿ ਨਹੀਂ? ਦੋਵੇਂ ਤਰ੍ਹਾਂ ਫਿਰਿਆ, ਉਹ ਬੈਰੂਨੀ ਤੌਰ ਤੇ, ਬਾਹਰੀ ਤੌਰ ਤੇ ਵੀ ਹੈ। ਪਰ ਦੂਜੇ ਪਾਸੇ ਮੱਕਾ ਫਿਰਨ ਦਾ ਅਰਥ ਹੁੰਦਾ ਹੈ ਕਿ ਲੋਕ ਜਿਹੜੇ ਨੇ ਝੁਕ ਜਾਣ, ਲੋਕ ਖਿੱਚੇ ਜਾਣ, ਲੋਕ ਇੱਕ ਪਾਸੇ ਉਲਟ ਗਏ, ਲੋਕ ਇਕੱਠੇ ਹੋ ਗਏ ਗੁਰੂ ਨਾਨਕ ਸਾਹਿਬ ਵੱਲ। ਕੌਣ ਆਇਆ ਹੈ? ਬਾਕੀ ਸਾਰਾ ਕੋਈ ਫਿੱਕਾ ਪੈ ਗਿਆ, ਉਧਰ ਰਸ ਵੱਧ ਗਿਆ। ਇਹਨੂੰ ਕਹਿੰਦੇ ਨੇ ਮੱਕਾ ਫਿਰ ਗਿਆ। ਦੂਸਰੀ ਤਰ੍ਹਾਂ ਵੀ ਫਿਰਿਆ, ਚਰਨਾਂ ਤੇ ਡਿੱਗ ਪਿਆ। ਮਹਾਰਾਜ, ਇਹ ਤਾਂ ਚੌਵਾਂ ਪਾਸੇ ਜਿੱਧਰ ਦੇਖਣਾ ਉਧਰ ਹੀ ਮੱਕਾ ਹੈ,
ਸਤਿਗੁਰਾਂ ਨੇ ਕਿਹਾ ਇਹ ਤੇ ਤੁਹਾਨੂੰ ਭੁਲੇਖਾ ਹੈ, ਤੁਸੀਂ ਉਹਨੂੰ ਇੱਕ ਪਾਸੇ ਤਾਂ ਰੱਖਿਆ ਕਿ ਦੂਜੇ ਪਾਸੇ ਜਾ ਕੇ ਝੂਠ ਬੋਲ ਲਈਏ। ਤੁਸੀਂ ਉਹਨੂੰ ਇੱਕ ਪਾਸੇ ਤਾਂ ਰੱਖਿਆ ਇੱਕ ਕੋਣ ਵਿੱਚ, ਤੁਸਾਂ ਤੇ ਰੱਬ ਨੂੰ ਗੁੱਠੇ ਲਾ ਦਿੱਤਾ, ਬਾਕੀ ਦੇ ਥਾਂ ਸਾਰੇ ਛੱਡ ਦਿੱਤੇ, ਇੱਕ ਗੁੱਠੇ ਲਾ ਦਿਓ ਰੱਬ ਨੂੰ, ਬਸ ਉੱਥੇ ਰਹਿਣਾ। ਇਹਨੂੰ ਆ ਗੁੱਠ ਸ਼ਬਦ ਹੈ ਨਾ ਪੰਜਾਬੀ ਮੈਂ ਜਲਦੀ ਬੋਲ ਦੇਣਾ ਥੋੜਾ ਜਿਹਾ, ਕੋਨੇ ਵਿੱਚ ਲਾ ਦਿੱਤਾ, ਕਿਉਂਕਿ ਬੜੇ ਬੜੇ ਸੱਜਣ ਹੁਣ ਪੜ ਚੁੱਕੇ ਨੇ। ਉਹ ਕਹਿਣ ਲੱਗੇ ਉਹ ਕੋਨੇ ਵਿੱਚ ਲਾ ਦਿੱਤਾ ਰੱਬ ਨੂੰ, ਜਿਵੇਂ ਅਸੀਂ ਲਾਇਆ ਹੋਇਆ ਸੰਗਰਾਂਦ ਵਾਲੇ ਕੋਨੇ ਵਿੱਚ, ਇਸ ਤਰ੍ਹਾਂ ਹੀ ਲਾ ਦਿੱਤਾ ਸੀ ਉਹਨਾਂ ਨੇ। ਮਹੀਨੇ ਬਾਅਦ ਇੱਕ ਦਿਨ ਰੱਬ ਤੇ ਗੁਰੂ, ਬਾਕੀ ਦਿਨ ਬੋਤਲ। ਇਹ ਉਹੀ ਤਰੀਕਾ ਹੈ ਨਾ, ਫਰਕ ਕੀ ਪੈ ਗਿਆ? ਆਪਾਂ ਕੱਪੜੇ ਬਦਲ ਲੈਨੇ, ਕੰਮ ਤੇ ਉਹੀ ਕਰ ਰਹੇ ਹਾਂ। परमात्मा एक कोने वाली चीज नहीं है, कोई भी कोना ऐसा नहीं जिथे परमात्मा नहीं है। पर बंदे ने ये मनौत बनाई है, उन्हें फिक्स कर देता है भी इथे इथे रब है। वो मत जानना कि दुनिया विच असी कहने भी बड़ा वधिया शहर होएगा, बड़ी सेवा करते ने लोग, इन्हों ने गुरु वास्ते बड़े बड़े थां बना दिते, बड़े बड़े मंदिर बना दिते, वड्डियां वड्डियां मसीतां बना दित्तियां, अपनी अपनी दृष्टि है ना, बड़े बड़े इमारतां बना दित्तियां गुरु वास्ते। एक सज्जन आया, उन्हें वेख्या भी लोग कह रहे ने कि दुनिया दे बंदे बड़े चंगे जे, इन्हां ने रब वास्ते बड़े बड़े सोहने एसी हाल बना दिते ने, आराम करो इत्थे, बाहर गर्मी बहुत है। वो कहंदा तोबा ये गल नहीं, रब दे सुख वास्ते नहीं ऐसी हाल बनाए गए भी तुसी इत्थे आराम करो मंदिरां मसीतां गुरुद्वारियां विच। ਇਹ ਤੇ ਬੰਦਿਆਂ ਨੇ ਚਲਾਕੀ ਵਰਤੀ ਏ ਵੀ ਰੱਬ ਨੂੰ ਇੱਕ ਗੁੱਠ ਵਿੱਚ ਟੰਗ ਦਿਓ, ਤੁਸੀਂ ਪਰਤ ਕੇ ਬਾਹਰ ਜੋ ਮਰਜ਼ੀ ਕਰੋ, ਆਪਣੀ ਮਰਜ਼ੀ, ਉਹ ਉੱਥੇ ਅੰਦਰ ਹੀ ਰਹੇਗਾ। ਬਾਜ਼ਾਰ ਵਿੱਚ ਜੋ ਮਰਜ਼ੀ ਕਰੋ, ਘਰ ਵਿੱਚ ਜੋ ਮਰਜ਼ੀ ਕਰੋ, ਇੱਕ ਪਾਸੇ ਗੁੱਠੇ ਲਾ ਦਿਓ। ਇਹ ਬੰਦੇ ਨੇ ਪ੍ਰਬੰਧ ਕੀਤਾ ਹੈ, ਪਰਮਾਤਮਾ ਨੂੰ ਰੋਕ ਦਿੱਤਾ ਜਾਏ ਕੋਈ ਥਾਵਾਂ ਤੇ, ਉਹ ਵਿਹਾਰ ਵਿੱਚ ਨਾ ਆ ਜਾਏ, ਉਹ ਪਰਿਵਾਰ ਵਿੱਚ ਨਾ ਆ ਜਾਏ, ਉਹ ਕਾਰੋਬਾਰ ਵਿੱਚ ਨਾ ਕਿਤੇ ਆ ਜਾਏ, क्योंकि जे कारोबार विच आ गया तो सानू सारे अपने जिन्ने ढंग ने वो तब्दील करने पैणगे। इस करके जदों सतगुरां ने उन्हां दे नाल वार्ता कीती, जिहड़ा गुरु ग्रंथ साहिब जी दा सिद्धांत मैं तुहाडे नाल साझा करना चाहुंदा, वो भाई गुरदास जी ने एक पंक्ति विच लिख दिता, पुछण फोड़ किताब नूं वड्डा हिंदू के मुसलमान होई। ते बाबा जी ने अगों जवाब दिता, तुहाडा ये विचार ही गलत है, असल विच सच ये है कि बाबा आखे हाजियां शुभ अमलां बाजों दोनों रोई। ये है गुरु ग्रंथ साहिब जी का सार सिद्धांत, भाई गुरदास जी ने लिखिया है, एवें नहीं क्या भी चाबी है, कुंजी है भाई गुरदास जी कोल। गुरु ग्रंथ साहिब जी की कुंजी, कुंजी का मतलब ताले दे विच ते बहुत समान पिया अंदर, पर वो खुलना इको कुंजी नाल है। आ इको ही पंक्ति है, अमल तो बिना बेड़ा पार नहीं होना। सतगुरां ने तुर तुर के लंघ लंघ के इस बाणी दा जिहड़ा है गुरु के सवारिओ इनू संग्रह करना शुरू किया। गुरु नानक साहिब जी दा जीवन लंघिया, उन्हां दे वक्त दे अंदर जिन्नी बाणी सी उन्हां इकट्ठी कीती। वक्त आया दूसरे पातशाह दा, गुरु अंगद देव जी दा, उन्हां नू बाणी दा सारा भंडार सौंप के मथा टेक दिता, गुरता गद्दी ते विराजमान कर दिता। इनू कहंदे सन ज्योति विच जोत मिला दिती, शब्द विच शब्द मिला दिता। दूसरे पातशाह बैठ गए, उन्हां ने अपने जीवन दे विच श्लोक उचारण कीते, जिहदे विच बहुत सारे अध्यात्मक नुकते ने। गुरु ग्रंथ साहिब जी दी बाणी दे इन्ने पख ने भी उहदा व्याख्या ही नहीं हो सकदी। गुरु ग्रंथ साहिब जी की बाणी का विज्ञानक पक्ष है, ये उत्ते विषयों ते बोलिया जा सकता है। गुरु ग्रंथ साहिब जी की गुरबाणी विच विज्ञानक पक्ष की है, गुरु ग्रंथ साहिब जी की बाणी दे विच समाजिक पक्ष की है, गुरु ग्रंथ साहिब जी की बाणी दे विच परिवारक पक्ष की है, गुरु ग्रंथ साहिब जी की बाणी विच अध्यात्म पक्ष किहड़े ने, गुरु ग्रंथ साहिब जी मर्यादा बारे की बोलते ने, गुरु ग्रंथ साहिब जी जिमीदार बारे की बोलते ने, गुरु ग्रंथ साहिब जी पंडित बारे की कहते ने, वैष्णव बारे की कहते ने, वो किदे किदे बारे की कहते ने, इहदा कोई अंत नहीं है।
ਤੇ ਕਿੰਨਾ ਸਾਫ਼-ਸਾਫ਼ ਕਹਿ ਦਿੰਦੇ ਨੇ, ਕਿੰਨਾ ਬਿਲਕੁਲ ਵਧੀਆ ਕਹਿ ਦਿੰਦੇ ਨੇ ਕਿ ਕਿਸੇ ਦੀ ਨਾ ਪਰਵਾਹ ਕਰਦੇ ਨੇ ਤੇ ਨਾ ਕਿਸੇ ਦੇ ਨਾਲ ਈਰਖਾ ਕਰਦੇ ਨੇ। ਕਿਉਂਕਿ ਇੱਕ ਗੱਲ ਖਿਆਲ ਰੱਖਣਾ, ਇਹ ਦੋ ਚੀਜ਼ਾਂ ਇਕੱਠੀਆਂ ਰਹਿਣਗੀਆਂ। ਜਦੋਂ ਕੋਈ ਕਿਸੇ ਨਾਲ ਈਰਖਾ ਕਰੇਗਾ ਉਦੋਂ ਉਹ ਕਿਸੇ ਨਾ ਕਿਸੇ ਦੀ ਖੁਸ਼ਾਮਦ ਵੀ ਕਰੇਗਾ, ਪਰਵਾਹ ਵੀ ਕਰੇਗਾ। ਤੇ ਜਿਹੜਾ ਮਨੁੱਖ ਈਰਖਾ ਨਹੀਂ ਕਰੇਗਾ ਉਹ ਪਰਵਾਹ ਵੀ ਨਹੀਂ ਕਰੇਗਾ, ਆਪਣੇ ਆਪ ਹੋ ਜਾਏਗਾ। ਇਸੇ ਤਰ੍ਹਾਂ ਉਹਨੂੰ ਕਰਨਾ ਨਹੀਂ ਪਏਗਾ। ਈਰਖਾਲੂ ਹੀ ਖੁਸ਼ਾਮਦ ਕਰਦਾ ਹੈ ਤੇ ਖੁਸ਼ਾਮਦ ਕਰਨ ਵਾਲਾ ਈਰਖਾਲੂ ਹੁੰਦਾ ਹੈ। ਦੋਵੇਂ ਇਕੱਠੇ ਰਹਿੰਦੇ ਨੇ, ਇਹਨਾਂ ਦਾ ਵਿਛੋੜਾ ਕਦੇ ਨਹੀਂ ਹੋ ਸਕਦਾ। ਜਿਹਦੇ ਅੰਦਰ ਈਰਖਾ ਹੈ ਉਹ ਖੁਸ਼ਾਮਦੀ ਹੋਵੇਗਾ ਕਿਸੇ ਨਾ ਕਿਸੇ ਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਤਰਜ ਹੈ, ਜਿਹੜੀ ਤੁਰਨ ਦੀ ਜਿਹੜੀ ਤਰੀਕਾ ਹੈ, ਉਹ ਇਹ ਦੱਸਦਾ ਹੈ ਕਿ ਨਾ ਇੱਥੇ ਕੋਈ ਈਰਖਾ ਹੈ ਤੇ ਨਾ ਇੱਥੇ ਕੋਈ ਖੁਸ਼ਾਮਦ ਹੈ। ਕਿਸੇ ਦੀ ਪਰਵਾਹ ਵੀ ਨਹੀਂ ਹੈ, ਕਿਸੇ ਨਾਲ ਦੀ ਨਿੰਦਿਆ ਵੀ ਨਹੀਂ ਹੈ। ਜੋ ਕੋਈ ਕਹਿ ਰਿਹਾ, ਜੋ ਕੁਝ ਕਰ ਰਿਹਾ ਹੈ, ਇੱਕ ਦੂਸਰਾ ਪੱਖ ਹੈ। ਆਪਾਂ ਕਹਿੰਦੇ ਆ ਵੀ ਆਪਾਂ ਜਦੋਂ ਦੂਸਰਿਆਂ ਦੀ ਵਿਚਾਰ ਕਰਾਂਗੇ ਤੇ ਨਿੰਦਿਆ ਹੋ ਜਾਂਦੀ ਹੈ, ਕਿਉਂਕਿ ਛੋਟੇ ਨੁਕਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਆ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਉਹਦੇ ਵਿੱਚ 3 ਪੌੜੀਆਂ ਹੁੰਦੀਆਂ ਨੇ। ਦੁਨੀਆ ਦੇ ਸਾਰੇ ਮਾੜੇ ਤੇ ਚੰਗੇ ਬੰਦੇ ਉਹਦੇ ਵਿੱਚ ਗਿਣ ਦਿੱਤੇ ਨੇ ਗੁਰੂ ਨਾਨਕ ਸਾਹਿਬ ਨੇ। ਇਹਨਾਂ 3 ਪੌੜੀਆਂ ਦੇ ਵਿੱਚ ਅਸੰਖ ਵਾਲੀਆਂ ਪੌੜੀਆਂ ਨੇ। ਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਨਿੰਦਕ ਸਿਰ ਕਰੈ ਭਾਰ, ਇਹ ਸਾਰੇ ਕੁਝ। ਫਿਰ ਦੂਜੀ ਪੌੜੀ ਦੇ ਵਿੱਚ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ। ਬਹੁਤ ਕੁਝ ਗਿਣਿਆ। ਫਿਰ ਇਹਨਾਂ ਦੀ ਵਿਚਾਰ ਕੀਤੀ। ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ, ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ। ਪਰ ਅਖੀਰ ਤੇ ਜਦੋਂ ਸਾਰਾ ਕੁਝ ਇੰਨੀਆਂ ਵਿਚਾਰਾਂ ਕਰ ਲਈਆਂ ਗੁਰੂ ਨਾਨਕ ਸਾਹਿਬ ਨੇ, ਤੇ ਬਾਅਦ ਦੇ ਵਿੱਚ ਇੱਕ ਗੱਲ ਕਹੀ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਤੇਰੀ ਕਾਇਨਾਤ ਦੇ ਲੋਕਾਂ ਦੀ ਵਿਚਾਰ ਤੇ ਕੀਤੀ ਹੈ, ਪਰ हे ਪ੍ਰਭੂ ਹੰਕਾਰ ਦੇ ਆਸਰੇ ਨਹੀਂ। ਮੈਂ ਤਾਂ ਕੇਵਲ ਵਿਚਾਰ ਕੀਤੀ ਏ, ਤੂੰ ਇਹਨਾਂ ਤੋਂ ਇਹ ਕੰਮ ਕਰਾ ਰਿਹਾ ਹੈ, ਤੈਨੂੰ ਪਤਾ ਹੈ ਕਾਰਨ ਕੀ ਹੈ, ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਹੰਕਾਰ ਤੋਂ ਨਿਰਲੇਪ ਹੋ ਜਾਣਾ, ਇਹ ਬਾਣੀ ਦਾ ਤਰੀਕਾ ਹੈ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਮੈਂ ਝਾਤੀ ਜੀ ਥੋੜੀ ਜਿਹੀ ਮਾਰ ਕੇ ਹਜ਼ੂਰ ਸਾਹਿਬ ਤੱਕ ਜਾਣਾ ਚਾਹੁੰਦਾ ਥੋੜੇ ਮਿੰਟਾਂ ਦੇ ਅੰਦਰ, ਕਿਉਂਕਿ ਇਹ ਸਾਰਾ ਪੰਧ ਕੀਤਾ ਗੁਰਬਾਣੀ ਨੇ। ਸ਼ਬਦ ਸਫ਼ਰ ਕਰਕੇ ਹਜ਼ੂਰ ਸਾਹਿਬ ਤੱਕ ਗਿਆ ਹੈ, ਔਰ ਜੇ ਅਸੀਂ ਹਜ਼ੂਰ ਸਾਹਿਬ ਜਾਣਾ ਹੈ ਤੇ ਸ਼ਬਦ ਦੀ ਖੋਜ ਕਰਨੀ ਹੈ, ਕਿਉਂਕਿ ਉੱਥੇ ਸ਼ਬਦ ਹੀ ਗਿਆ ਹੈ ਨਾ। ਸ਼ਬਦ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਨਾ। ਉਸ ਥਾਂ ਤੇ ਸਫ਼ਰ ਕਰਦਾ ਗਿਆ। ਗੁਰੂ ਅੰਗਦ ਦੇਵ ਜੀ ਦੇ ਸਮੇਂ ਸਫ਼ਰ ਕੀਤਾ, ਉਹਨਾਂ ਨੇ ਵਿੱਚ ਉਪਦੇਸ਼ ਦਿੱਤਾ ਕਿ ਕਿਵੇਂ ਮਨੁੱਖ ਨੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ। ਬੜੇ ਲੰਮੇ ਚੌੜੇ ਵਿਸ਼ੇ ਨੇ, ਮੈਂ ਸੰਖੇਪ ਵਿੱਚ ਅੱਗੇ ਜਾਣਾ ਚਾਹੁੰਦਾ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਦਾ ਵਕਤ ਆਇਆ। ਉਹ ਤਾਂ ਗੁਰੂ ਕੀ ਸ਼ਰਨ ਵਿੱਚ ਵੀ ਬਾਣੀ ਦੇ ਸ਼ਬਦ ਸੁਣ ਕਰਕੇ ਆਏ ਸਨ। ਗੁਰੂ ਅੰਗਦ ਦੇਵ ਜੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਇਹ ਪੌੜੀ ਸੁਣ ਕੇ ਆਏ ਸਨ, ਭਾਈ ਜੋ ਤੂੰ ਕਿ ਜਿੱਤ ਕੀਤਾ ਪਾਈਐ, ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਇਹ ਸੁਣ ਕੇ ਆਏ ਸਨ ਸ਼ਰਨ ਵਿੱਚ। ਉਹਦੇ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਵੀ ਸ਼ਬਦ ਸੁਣਿਆ ਸੀ ਕਿ ਜਾਲੀ ਰਹਿਣ ਜਾਲ ਦਿਨ ਹੋਵਾ, ਜੇਤੀ ਘੜੀ ਫਾਹੀ ਤੇਤੀ। ਇਹ ਸ਼ਬਦ ਸੁਣਿਆ ਬੀਬੀ ਅਮਰੋ ਜੀ ਤੋਂ। ਉਹਨਾਂ ਨੇ ਆ ਕੇ ਸੇਵਾ ਕੀਤੀ, ਤੇ ਜਦੋਂ ਸੇਵਾ ਤੋਂ ਬਾਅਦ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਗਏ, ਜਿੰਨੀ ਬਾਣੀ ਗੁਰੂ ਨਾਨਕ ਦੇਵ ਜੀ ਤੇ ਭਗਤਾਂ ਦੀ ਬਾਣੀ ਔਰ ਗੁਰੂ ਅੰਗਦ ਦੇਵ ਜੀ ਦੀ ਆਪਣੀ ਬਾਣੀ ਉਹ ਇਕੱਠੀ ਕੀਤੀ, ਉਹ ਅੱਗੇ ਰੱਖ ਦਿੱਤੀ ਤੇ ਮੱਥਾ ਟੇਕ ਦਿੱਤਾ। ਜਦੋਂ ਮੱਥਾ ਟੇਕਦੇ ਸਨ ਬਾਣੀ ਨਾਲ ਹੁੰਦੀ ਸੀ, ਇਹ ਖਿਆਲ ਰੱਖਣਾ। ਗੁਰੂ ਨਾਨਕ ਦੇਵ ਜੀ ਨੇ ਜਿੱਦਣ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾਇਆ ਨਾ, ਤੇ ਮੱਥਾ ਟੇਕਿਆ ਹੈ। ਮੱਥਾ ਕੱਲੇ ਸਰੀਰ ਨੂੰ ਨਹੀਂ ਟੇਕਿਆ, ਨਾਲ ਪੋਥੀ ਸਾਹਿਬ ਵੀ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਨਾਲ। ਜਿੱਦਣ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ, ਉਸ ਦਿਨ
ਜਦੋਂ ਮੱਥਾ ਟੇਕਿਆ ਤੇ ਇਕੱਲੇ ਗੁਰੂ ਅਮਰਦਾਸ ਜੀ ਦੇ ਸਿਰਫ ਇਸ ਸਰੀਰ ਤੱਕ ਸੀਮਤ ਨਹੀਂ, ਉਹਨਾਂ ਨੇ ਉਸ ਸਾਰੀ ਬਾਣੀ ਨੂੰ ਵੀ ਨਾਲ ਮੱਥਾ ਟੇਕਿਆ। ਫਿਰ ਫਰਕ ਕੀ ਹੋਇਆ 10 ਗੁਰੂ ਸਾਹਿਬਾਨ ਤੱਕ। ਇਸੇ ਤਰ੍ਹਾਂ ਸਮਾਂ ਲੰਘਦਾ ਗਿਆ, ਅੱਗੇ ਚੱਲਦਾ ਗਿਆ, ਵਕਤ ਅੱਗੇ ਤੁਰਦਾ ਗਿਆ ਤੇ ਇਹਦੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਗੁਰੂ ਅਮਰਦਾਸ ਜੀ ਨੇ ਤੇ ਖੁਦ ਆਪਣੀ ਬਾਣੀ ਦੇ ਵਿੱਚ ਬਾਣੀ ਦੀ ਹੀ ਬਹੁਤ ਸਾਰੀ ਵਿਆਖਿਆ ਕੀਤੀ ਹੈ। ਆਪਣੇ ਸਮੇਂ ਦੇ ਅੰਦਰ ਬਾਣੀ ਦੀ ਬਹੁਤ ਸਾਰੀ ਵਿਆਖਿਆ ਕੀਤੀ ਹੈ, ਜਿਹਦੇ ਵਿੱਚ ਸਤਿਗੁਰੂ ਸਿੱਖਾਂ ਨੂੰ ਆਵਾਜ਼ ਦਿੰਦੇ ਨੇ, ਆਵਾਜ਼ ਦੇ ਕੇ ਗੱਲ ਕਹਿੰਦੇ ਨੇ, ਆਓ ਮਿਲ ਕੇ ਬਾਣੀ ਗਾਈਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿਹਦੀ ਬਾਣੀ ਗਾਈਏ? ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਫਿਰ ਜਦੋਂ ਇਹਨੂੰ ਗਾਵਾਂਗੇ ਫਿਰ ਕੀ ਮਿਲੇਗਾ? ਕਹਿਣ ਲੱਗੇ ਫਿਰ ਜੇ ਕਿਰਪਾ ਹੋ ਗਈ ਤਾਂ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਇਹ ਉਹਨਾਂ ਦੇ ਅੰਦਰ ਵਸ ਜਾਏਗੀ। ਉਹਦੇ ਤੋਂ ਬਾਅਦ ਕੀ ਮਿਲੇਗਾ? ਕਹਿਣ ਲੱਗੇ ਜਿਸ ਮਨੁੱਖ ਦੇ ਹਿਰਦੇ ਵਿੱਚ ਚਲੀ ਗਈ, ਬਾਣੀ ਦਾ ਸੁਭਾਅ ਹੈ ਕਿ ਬਾਣੀ ਹਿਰਦੇ ਦੇ ਵਿੱਚੋਂ ਅੰਮ੍ਰਿਤ ਨੂੰ ਬਾਹਰ ਕੱਢੇਗੀ। ਮੇਨ ਪ੍ਰਯੋਜਨ ਇਹ ਹੈ ਬਾਣੀ ਦਾ। ਸ਼ਬਦ ਦਾ ਜਿਹੜਾ ਜਪਣ ਦਾ ਸਿਧਾਂਤ ਹੈ ਨਾ, ਉਹ ਕੀ ਹੈ? ਵੇਖੋ ਬਾਣੀ ਕਿਹੜੀ ਅਵਸਥਾ ਵਿੱਚੋਂ ਉਚਾਰਨ ਹੋਈ? ਅੰਮ੍ਰਿਤ ਵਿੱਚੋਂ ਉਚਾਰਨ ਹੋਈ ਹੈ। ਤੇ ਜਦੋਂ ਕਿਸੇ ਮਨੁੱਖ ਦੇ ਹਿਰਦੇ ਵਿੱਚ ਚਲੀ ਗਈ, ਉਸ ਵਕਤ ਕੀ ਹੋਵੇਗਾ? ਬੰਦੇ ਨੂੰ ਉਸ ਅਵਸਥਾ ਵਿੱਚ ਲੈ ਜਾਏਗੀ ਜਿੱਥੋਂ ਇਹ ਉਚਾਰਨ ਕੀਤੀ ਗਈ ਹੈ। ਬਸ ਇਹੀ ਕੰਮ ਹੈ ਬਾਣੀ ਦਾ, ਜਿੱਥੋਂ ਆਈ ਹੈ ਉਤੋਂ ਤੱਕ ਲੈ ਕੇ ਚਲੇ ਜਾਣਾ, ਇਹ ਸਿਧਾਂਤ ਹੈ ਬਾਣੀ ਦਾ। ਜਿਹੜਾ ਜਾਣ ਵਾਸਤੇ ਸਹਿਮਤ ਹੋਏਗਾ, ਪਰ ਇਹ ਸ਼ਰਤ ਜ਼ਰੂਰ ਹੈ। ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਕਿ ਜਦੋਂ ਆਪਾਂ ਬਾਣੀ ਨੂੰ ਚਾਨਣ ਕਹਿੰਦੇ ਆ ਨਾ, ਚਾਨਣ ਦੇ ਨਾਲ ਇਹ ਨਹੀਂ ਕਿ ਇਕੱਲੀ ਲਾਈਟ ਜਗਦੀ ਰਹੇ, ਚਾਨਣ ਦੀ ਲੋ ਦੇ ਵਿੱਚ ਕੋਈ ਕੰਮ ਵੀ ਕੀਤਾ ਜਾਏ ਤਾਂ ਉਹਦਾ ਲਾਭ ਹੋਵੇਗਾ। ਗੁਰਬਾਣੀ ਜਿਸ ਵਕਤ ਉਚਾਰੀ ਗਈ, ਜਿਸ ਵਕਤ ਪੈਦਾ ਹੋਈ, ਉਹ ਅਵਸਥਾ ਕਿਹੜੀ ਸੀ? ਅੰਮ੍ਰਿਤ ਵਿੱਚ ਡੁੱਬ ਕੇ ਉਚਾਰਨ ਕੀਤੀ ਗਈ। ਇਹ ਲਫ਼ਜ਼, ਇਹ ਅੱਖਰ, ਇਹ ਭਾਸ਼ਾ ਜਦੋਂ ਬਾਹਰ ਆਈ ਤੇ ਉਸ ਭਾਸ਼ਾ ਦੇ ਅੰਦਰ ਅੰਮ੍ਰਿਤ ਸੀ। ਜਿਵੇਂ ਕਿਸੇ ਭਾਂਡੇ ਦੇ ਵਿੱਚ ਆਪਾਂ ਪਾਣੀ ਭਰ ਲੈਨੇ ਆ ਘੜੇ ਦੇ ਵਿੱਚੋਂ, ਤੇ ਉਹ ਪਾਣੀ ਜਿਹੜਾ ਉਹਦੇ ਵਿੱਚ ਆ ਜਾਂਦਾ, ਉਹਦੇ ਵਿੱਚੋਂ ਆਪਾਂ ਪਾਣੀ ਪੀਣਾ ਹੁੰਦਾ ਹੈ। ਜਿਹੜੀ ਭਾਸ਼ਾ ਹੈ, ਜਿਹੜੇ ਅੱਖਰ ਨੇ, ਪੰਜਾਬੀ ਪਹਿਲਾਂ ਮੌਜੂਦ ਸੀ। ਪੰਜਾਬੀ ਜਿਹੜੀ ਬੋਲੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਹੈ ਸੀ, ਬੇਸ਼ੱਕ ਲਿਪੀ ਨਹੀਂ ਸੀ, ਇਹ ਗੱਲ ਵੱਖਰੀ ਹੈ, ਪਰ ਬਾਬਾ ਫਰੀਦ ਜੀ ਦੀ ਬੋਲੀ ਪੰਜਾਬੀ ਵਿੱਚ ਲਿਖੀ ਗਈ, ਉਹ ਸਾਰੇ ਲਫ਼ਜ਼ ਹੀ ਪੰਜਾਬੀ ਦੇ ਨੇ। ਇਹਨਾਂ ਅੱਖਰਾਂ ਦੇ ਵਿੱਚ ਇਹ ਜਦੋਂ ਬਾਹਰ ਆਏ ਬਾਣੀ ਦੇ ਰੂਪ ਵਿੱਚ ਤੇ ਅੰਦਰੋਂ ਅੰਮ੍ਰਿਤ ਨੂੰ ਨਾਲ ਲੈ ਕੇ ਆ ਗਏ, ਤੇ ਹੁਣ ਇਸ ਬਰਤਨ ਦੇ ਵਿੱਚ ਇਹਨਾਂ ਅੱਖਰਾਂ ਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਹੈ। ਸ਼ਰਤ ਇਹ ਹੈ ਕਿ ਬਰਤਨ ਦੇ ਵਿੱਚ ਅੱਗੇ ਅੰਮ੍ਰਿਤ ਪਿਆ ਰਹੇ, ਜ਼ਰੂਰੀ ਨਹੀਂ ਕਿ ਉਹ ਬੰਦਾ ਉਹਨੂੰ ਪੀ ਜਾਏਗਾ। ਉਹਦੇ ਕੋਈ ਸਿਧਾਂਤ ਨੇ ਭੋਜਨ ਛਕਣ ਦੇ। ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਕਿਹਾ ਕਿ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਭ ਆਧਾਰੋ, ਉਹਦੇ ਵਿੱਚ ਇੱਕ ਇਸ਼ਾਰਾ ਕੀਤਾ ਸੀ ਕਿ ਇਹ ਭੋਜਨ ਮੈਂ ਭਾਸ਼ਾ ਵਿੱਚ ਪਾ ਕੇ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਪਰ ਇਹਦਾ ਇੱਕ ਨਿਯਮ ਹੈ, ਇਹਦਾ ਇੱਕ ਨੁਕਤਾ ਹੈ ਵੀ ਭੋਜਨ ਦੀ ਥਾਲੀ ਸਾਹਮਣੇ ਪਈ ਰਹੇ, ਇਹ ਕਦੀ ਵੀ ਭੁੱਖ ਨੂੰ ਨਹੀਂ ਮਿਟਾਏਗੀ ਜਿੰਨਾ ਚਿਰ ਉਹਦੀਆਂ ਬੁਰਕੀਆਂ ਤੋੜ ਕੇ ਮਨੁੱਖ ਮੂੰਹ ਵਿੱਚ ਪਾ ਕੇ ਉਹਨੂੰ ਚੱਖੇਗਾ ਨਾ। ਗੁਰੂ ਸਾਹਿਬ ਤੇ ਇੱਥੇ ਵੀ ਰੁਕਦੇ ਨਹੀਂ, ਅੱਗੇ ਚਲੇ ਗਏ। ਉਹ ਕਹਿੰਦੇ ਨੇ ਕਿ ਜੇ ਕੋ ਖਾਵੇ, ਜੇ ਕੋ ਭੁੰਚੈ, ਜੇ ਕੋ ਖਾ ਕੇ ਉਹਨੂੰ ਫਿਰ ਪਚਾਏ ਵੀ ਅੰਦਰ, ਤਿਸ ਕਾ ਹੋਏ ਉਦਾਰੋ, ਉਦਾਰ ਉਸ ਬੰਦੇ ਦਾ ਹੋਏਗਾ, ਨਿਸਤਾਰਾ ਉਹਦਾ ਹੋਵੇਗਾ। ਫਿਰ ਜੇ ਕਿਤੇ ਵੱਡੇ ਭਾਗਾਂ ਨਾਲ ਅੰਦਰ ਚਲੀ ਜਾਏ ਸਹੀ ਇੱਕ ਵਾਰੀ, ਸਤਿਗੁਰੂ ਕਹਿੰਦੇ ਨੇ ਬੰਦਾ ਫਿਰ ਪ੍ਰਾਣ ਛੱਡ ਦੇਗਾ ਪਰ ਬਾਣੀ ਨਹੀਂ ਛੱਡੇਗਾ। ਅਗਲਾ ਸ਼ਬਦ ਹੈ ਨਾ, ਇਹ ਵਸਤ ਤਜੀ ਨਾ ਜਾਈ। ਇਹ ਕਿੰਨਾ ਨੇ ਕਿਹਾ ਵੀ ਮੇਰੇ ਸਰੀਰ ਦੇ ਟੁਕੜੇ ਕਰ ਦਿਓ, ਮੈਂ ਬਾਣੀ ਨਹੀਂ ਛੱਡਣੀ? ਭਾਈ ਮਤੀ ਦਾਸ ਜੀ ਨੇ ਕਿਉਂ ਕਹਿ ਦਿੱਤਾ? ਕਿਉਂਕਿ ਅੰਦਰ ਚਲੀ ਗਈ ਸੀ।
ਜਿਸ ਦੇ ਅੰਦਰ ਚਲੀ ਗਈ, ਜਿਹਨੂੰ ਗੁਰੂ ਅਮਰਦਾਸ ਜੀ ਅੱਗੇ ਜਾ ਕੇ ਕਹਿੰਦੇ ਨੇ ਕਿ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਜਿਨ੍ਹਾਂ ਤੇ ਕਿਰਪਾ ਹੋ ਜਾਏ ਉਹਨਾਂ ਦੇ ਅੰਦਰ ਵਸ ਜਾਂਦੀ ਏ। ਤੇ ਸਤਿਗੁਰੂ ਕਹਿੰਦੇ ਨੇ ਫਿਰ ਉਹ ਮਨੁੱਖ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਗਾਉਣ ਦਾ ਤਰੀਕਾ ਗੁਰਬਾਣੀ ਦੇ ਕਈ ਪੱਖ ਮੈਂ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰ ਰਿਹਾ ਸਾਂ ਕਿ ਅਨੇਕ ਦਰਵਾਜ਼ੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਕਿੰਨੇ ਕਿਹੜੇ ਰਾਹੀਂ ਆਉਣਾ ਇਹ ਉਹਦੀ ਮਰਜ਼ੀ ਹੈ। ਕੋਈ ਗਾ ਕੇ ਆ ਰਿਹਾ ਹੈ, ਕੋਈ ਵਿਚਾਰ ਕਰਕੇ ਆ ਰਿਹਾ ਹੈ, ਕੋਈ ਪਾਠ ਕਰਕੇ ਆ ਰਿਹਾ ਹੈ, ਕੋਈ ਕੀਰਤਨ ਕਰਕੇ ਆ ਰਿਹਾ ਹੈ, ਕੋਈ ਕੀਰਤਨ ਸੁਣ ਕੇ ਆ ਰਿਹਾ ਹੈ, ਕੋਈ ਕਮਾ ਕੇ ਆ ਰਿਹਾ ਬਾਣੀ ਨੂੰ। ਔਰ ਇੱਕ ਇਹ ਵੀ ਪੱਖ ਹੈ ਜਿਹਨੂੰ ਕੀਰਤਨ ਕਰਨਾ ਨਹੀਂ ਆਉਂਦਾ, ਸ਼ਬਦ ਦੀ ਸਮਝ ਵੀ ਨਹੀਂ ਆਉਂਦੀ। ਮੇਰੇ ਖਿਆਲ ਵਿੱਚ ਆਇਆ ਹੈ, ਹਾਂ ਇੱਕ ਜ਼ਰੂਰ ਚੀਜ਼ ਹੋਵੇ ਕਿ ਬੰਦੇ ਦੇ ਮਨ ਵਿੱਚ ਵਲ ਨਾ ਹੋਣ। ਇੱਕ ਚੀਜ਼ ਉਹਦੇ ਵਿੱਚ ਲੋੜੀ ਦੀ ਹੈ ਨਾਲ। ਇੱਕ ਸਭ ਤੋਂ ਸੌਖਾ ਤਰੀਕਾ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ, ਇੱਕ ਤੇ ਪਿਆਰ ਹੋਵੇ ਗੁਰੂ ਨਾਲ, ਸ਼ਰਧਾ ਤੇ ਵਿਸ਼ਵਾਸ ਹੋਵੇ ਤੇ ਮਨ ਹੋਵੇ ਸਿੱਧਾ। ਤੇ ਮੇਰੇ ਖਿਆਲ ਵਿੱਚ ਤੇ ਆਇਆ ਕੁਝ ਨਾ ਹੁੰਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਨਾਲ ਭਿੱਜ ਕੇ ਮੱਥਾ ਟੇਕਦਾ, ਬਖਸ਼ਿਸ਼ ਉਹਦੇ ਤੇ ਵੀ ਹੋ ਜਾਏਗੀ। ਪਰ ਉਹ ਚੀਜ਼ਾਂ ਜਿਹੜੀਆਂ ਨੇ ਨਾ, ਸਿੱਧਾ ਜਿਹੜੀ ਗੱਲ ਮੈਂ ਕੀਤੀ ਵੀ ਵਲ ਨਾ ਹੋਵੇ, ਉਹ ਆਉਂਦੀ ਬੜੀ ਮੁਸ਼ਕਲ ਹੈ। ਆ ਸਾਰੇ ਕੰਮ ਆਪਾਂ ਤਾਂ ਹੀ ਕਰਨੇ ਆ ਵੀ ਜੋੜੇ ਝਾੜੀਏ, ਸੇਵਾ ਕਰੀਏ ਜਾਂ ਸਾਧ ਸੰਗਤ ਵਿੱਚ ਬਈਏ, ਆ ਕੇ ਬਾਣੀ ਪੜ੍ਹੀਏ, ਕੀਰਤਨ, ਇਹ ਸਾਰੇ ਕੰਮ ਸੱਚ ਜਾਣੋ ਉਹ ਦਿਨ ਲਿਆਉਣ ਵਾਸਤੇ ਕੀਤੇ ਜਾਂਦੇ ਨੇ ਕਿ ਜਦੋਂ ਬੰਦਾ ਬਿਲਕੁਲ ਸਿੱਧਾ ਆ ਕੇ ਗੁਰੂ ਕੇ ਚਰਨਾਂ ਵਿੱਚ ਝੁਕ ਜਾਏ। ਆ ਕੇ ਗੱਲ ਉੱਥੇ ਹੀ ਮੁੱਕਣੀ ਹੈ ਜਾ ਕੇ। ਕਦੀ ਪੜ੍ਹ ਕੇ ਪਾਰ ਉਤਾਰਾ ਨਹੀਂ ਹੋਣਾ, ਬਿਲਕੁਲ ਉਹ ਪੜ੍ਹਨਾ ਤਾਂ ਹੈ ਕਿ ਆਪਾਂ ਸਿੱਧੇ ਹੋ ਜਾਈਏ ਬਸ। ਉਹ ਸਾਰੀਆਂ ਦਵਾਈਆਂ ਨੇ। ਤੰਦਰੁਸਤੀ ਇੱਕ ਅਵਸਥਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਡਿੱਗ ਪੈਣਾ ਇੱਕ ਅਵਸਥਾ ਹੈ, ਸੰਪੂਰਨਤਾ ਹੈ। ਆ ਬਾਕੀ ਸਾਰਾ ਕੁਝ ਦਵਾਈਆਂ ਨੇ, ਉਹ ਅਵਸਥਾ ਉਹਨੂੰ ਲਿਆਉਣ ਵਾਸਤੇ ਹੈ। ਇਸ ਕਰਕੇ ਖੈਰ ਮੈਂ ਸਮੇਂ ਦੇ ਅਨੁਸਾਰ ਸਮਾਪਤੀ ਕਰਾਂ। ਤੀਸਰੇ ਪਾਤਸ਼ਾਹ ਦੇ ਵਕਤ ਜਿਹੜੀ ਬਾਣੀ ਸੀ ਇਸ ਤਰ੍ਹਾਂ ਲੜੀਵਾਰ ਚੱਲਦਾ ਰਿਹਾ, ਚੌਥੇ ਪਾਤਸ਼ਾਹ ਤੱਕ, ਪੰਜਵੇਂ ਪਾਤਸ਼ਾਹ ਤੱਕ। ਤੇ ਗੁਰੂ ਅਰਜਨ ਦੇਵ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ, ਸੰਪਾਦਨਾ ਕਰਾ ਦਿੱਤੀ, ਕਈ ਵਾਰੀ ਆਪ ਜੀ ਨੇ ਸੁਣਿਆ। ਫਿਰ ਸਮੇਂ ਦੀ ਤਬਦੀਲੀ ਆਈ, ਵਿੱਚ ਵਾਲੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਨਹੀਂ ਕੀਤੀ। ਇਹ ਸਵਾਲ ਉੱਠਦਾ ਹੈ। ਉਹਦਾ ਕਾਰਨ ਸੀ ਵੀ ਇੱਕ ਹੀ ਮਨੁੱਖ ਨੇ 24 ਘੰਟਿਆਂ ਵਿੱਚ ਕਈ ਕੰਮ, ਕਈ ਸੱਜਣਾ ਨੇ ਕਿਹਾ ਵੀ ਤੁਸੀਂ 10 ਪਾਤਸ਼ਾਹੀਆਂ ਦੀ ਜੋਤ ਕਹਿੰਦੇ ਹੋ, ਬਾਕੀ ਦੇ 4 ਗੁਰੂ ਸਾਹਿਬਾਨ ਨੇ, ਨਹੀਂ ਤਾਂ ਬਾਣੀ ਹੈ ਨਹੀਂ ਵਿੱਚ। ਇੱਕ ਹੀ ਸ਼ਖਸ, ਇੱਕ ਹੀ ਹਸਤੀ 10 ਸਰੀਰਾਂ ਵਿੱਚ ਵਰਤ ਰਹੀ ਹੈ। ਹੁਣ ਕਦੀ ਤੁਸੀਂ ਧਿਆਨ ਦੇਣਾ, ਇੱਕ ਮਨੁੱਖ ਸਵੇਰੇ ਉੱਠਦਾ ਹੈ ਤੇ ਸਵੇਰ ਤੋਂ ਲੈ ਕੇ ਕਿੰਨੀਆਂ ਅਵਸਥਾਵਾਂ ਵਿੱਚ ਕੰਮ ਕਰਦਾ ਹੈ, ਅਗਲੇ 24 ਘੰਟਿਆਂ ਵਿੱਚ ਕਿੰਨੀਆਂ ਅਵਸਥਾਵਾਂ ਵਿੱਚ ਜਾਂਦਾ ਹੈ। ਸਵੇਰੇ ਉਹ ਜਾਗਿਆ ਹੈ, ਉਹਨੇ ਸਭ ਤੋਂ ਪਹਿਲਾਂ ਸਰੀਰ ਦਾ ਇਸ਼ਨਾਨ ਕਰਨਾ ਹੈ, ਸਫਾਈ ਕਰਨੀ ਹੈ। ਉਦੋਂ ਉਹ ਸਫਾਈਦਾਰ ਹੈ ਸਰੀਰ ਦਾ, ਉਦੋਂ ਉਹ ਕੰਮ ਕਰ ਰਿਹਾ। ਫਿਰ ਉਹਨੇ ਆਪਣਾ ਜੋ ਵੀ ਕਰਨਾ, ਨਿਤਨੇਮ, ਰੱਬ ਦਾ ਨਾਮ ਲੈਣਾ, ਉਹ ਕਰਨਾ। ਉਦੋਂ ਉਹ ਬੰਦਗੀ ਕਰਨ ਵਾਲਾ ਭਗਤ ਬਣ ਗਿਆ। ਫਿਰ ਉਹਨੇ ਸਰੀਰ ਨੂੰ ਚਲਾਉਣ ਵਾਸਤੇ ਕੁਝ ਨਾ ਕੁਝ ਖਾਣਾ ਪੀਣਾ ਹੈ, ਉਦੋਂ ਉਹ ਭੋਗੀ ਬਣ ਗਿਆ, ਖਾ ਪੀ ਰਿਹਾ ਹੈ। ਫਿਰ ਉਹਦਾ ਜਿਹੜਾ ਕਿੱਤਾ ਹੈ, ਉਹਨੇ ਦਫ਼ਤਰ ਵਿੱਚ ਜਾਣਾ ਹੈ, ਦੁਕਾਨ ਤੇ ਜਾਣਾ ਹੈ, ਜ਼ਿਮੀਂਦਾਰਾ ਕਰਨਾ ਹੈ ਜਾਂ ਕੁਝ ਵੀ ਕਰਨਾ ਹੈ, ਉੱਥੇ ਜਾ ਕੇ ਉਹ ਕਾਰੋਬਾਰੀ ਬਣ ਗਿਆ। ਹੁਣ ਜੇ ਉਸ ਬੰਦੇ ਨੂੰ ਆਪਾਂ ਕਹੀਏ ਵੀ ਸਵੇਰੇ ਤਾਂ ਪਾਠ ਕਰ ਰਿਹਾ ਸੀ, ਹੁਣ ਇੱਥੇ ਆ ਕੇ ਉਹ ਕੰਮ ਨਹੀਂ ਕਰ ਰਿਹਾ, ਇਹ ਨਹੀਂ ਹੋ ਸਕਦਾ। 24 ਘੰਟਿਆਂ ਦੇ ਵਿੱਚ ਉਹਨੂੰ ਕਈ ਅਵਸਥਾਵਾਂ ਦੇ ਵਿੱਚੋਂ ਲੰਘਣਾ ਪਏਗਾ। ਫਿਰ ਉਹਨੂੰ ਨੀਂਦ ਵੀ ਆਏਗੀ, ਕੁਝ ਸਮਾਂ ਐਸਾ ਹੋਵੇਗਾ ਜਦੋਂ ਉਹ ਕੁਝ ਨਹੀਂ ਕਰੇਗਾ। ਅੱਗੇ ਜਾ ਕੇ ਉਹਨੂੰ ਕਈ ਵਾਰੀ ਸਮਾਜ ਦੇ ਕਈ ਥਾਵਾਂ ਤੇ ਵੀ ਜਾਣਾ ਪਏਗਾ, ਪਬਲਿਕੇਸ਼ਨ ਦੇ ਥਾਂ ਤੇ ਲੋਕਾਂ ਵਿੱਚ ਵਿਚਰਨਾ ਪਏਗਾ, ਉਦੋਂ ਅਵਸਥਾ ਹੋਰ ਹੋ ਜਾਏਗੀ। ਸ਼ਾਮ ਨੂੰ ਫਿਰ ਉਹਨੂੰ ਪਰਿਵਾਰ ਵਿੱਚ ਆਉਣਾ ਪਏਗਾ, ਕਈਆਂ ਦੇ ਨਾਲ ਮਸਲੇ ਹੱਲ ਕਰਨੇ ਪੈਣਗੇ। ਕਿੰਨੀਆਂ ਅਵਸਥਾ ਆਈਆਂ ਇੱਕ ਮਨੁੱਖ ਦੀਆਂ 24 ਘੰਟਿਆਂ ਵਿੱਚ। ਇਹ 240 ਸਾਲ ਇੱਕ ਹੀ ਜੋਤ ਨੇ ਬਿਤਾਏ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ। ਤੇ ਇਹ ਸਮਾਂ ਸੀ 5 ਸਰੀਰਾਂ ਤੱਕ ਬਾਣੀ ਉਚਾਰਨ ਕਰਨ ਦਾ। 6ਵੇਂ ਵਿੱਚ ਨਹੀਂ ਸੀ, ਵਕਤ ਨਹੀਂ ਉਚਾਰੀ। ਇਹਦਾ ਮਤਲਬ ਹੈ ਗੁਰੂ
ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਨੇ ਆ ਵੀ ਬਾਣੀ ਵਿੱਚ ਨਹੀਂ ਹੈ? ਉਦੋਂ ਵਕਤ ਹੋਰ ਕੰਮ ਕਰਨ ਦਾ ਸੀ, ਅੱਗੇ ਹੋਰ ਕੰਮ ਕਰਨ ਦਾ ਵਕਤ ਸੀ, ਫਿਰ ਬਾਣੀ ਉਚਾਰ ਲਈ, ਫਿਰ ਹੋਰ ਕੰਮ ਕਰ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇਸ ਲਈ ਇਹ 10 ਪਾਤਸ਼ਾਹੀਆਂ ਦੀ ਹੀ ਜੋਤ ਹੈ। ਇਹ ਬਹੁਤ ਵਿਖੜੇ ਰਸਤਿਆਂ ਤੋਂ ਲੰਘਦਿਆਂ ਹੋਇਆਂ 4 ਉਦਾਸੀਆਂ, ਗੁਰੂ ਅੰਗਦ ਦੇਵ ਜੀ ਦਾ ਜੀਵਨ, ਗੁਰੂ ਅਮਰਦਾਸ ਜੀ ਦੀ ਸੇਵਾ, ਗੁਰੂ ਰਾਮਦਾਸ ਜੀ ਦੀ 22 ਸਾਲ ਦੀ ਸੇਵਾ, ਗੁਰੂ ਅਰਜਨ ਦੇਵ ਜੀ ਦੀ ਸੰਪਾਦਨਾ ਗੁਰੂ ਗ੍ਰੰਥ ਸਾਹਿਬ ਦੀ, ਔਰ ਤਤੀ ਤਵੀ ਦੀ ਸ਼ਹਾਦਤ, ਗੁਰੂ ਹਰਗੋਬਿੰਦ ਸਾਹਿਬ ਜੀ ਦੇ 4 ਜੰਗ, ਗੁਰੂ ਹਰਿਰਾਏ ਸਾਹਿਬ ਜੀ ਦੀ ਸਾਦਗੀ, ਦਵਾਖਾਨੇ ਖੁੱਲ੍ਹਣੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ, 9ਵੇਂ ਪਾਤਸ਼ਾਹ ਦੀ ਬੰਦਗੀ, ਵੈਰਾਗ ਤੇ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੀਆਂ 14 ਜੰਗਾਂ, ਸਾਹਿਤ ਦਾ ਬਹੁਤ ਵੱਡਾ ਖਜ਼ਾਨਾ ਉਚਾਰਨ ਕਰਨਾ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਲੰਘ ਕੇ ਪਰਿਵਾਰ ਵਾਰ ਕੇ ਹਜੂਰ ਸਾਹਿਬ ਤੱਕ ਜਾਣਾ, ਇਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪ੍ਰੋਸੀਜਰ ਸੀ, ਜਿਹਦੇ ਵਿੱਚੋਂ ਲੰਘਣ ਤੋਂ ਬਿਨਾਂ ਗੱਲ ਇੱਥੋਂ ਤੱਕ ਨਹੀਂ ਸੀ ਆਉਂਦੀ। ਜਿੱਦਣ ਇਹ ਸਾਰਾ ਕੁਝ ਖਤਮ ਹੋ ਗਿਆ, ਉਸ ਦਿਨ ਫਿਰ ਸਮਾਂ ਆ ਗਿਆ। ਮੈਂ ਸ਼ੁਰੂ ਵਿੱਚ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕੁਝ ਚਸ਼ਮਦੀਦ ਸੀਨੇ ਬਸੀਨੇ ਗੱਲ ਕਹਿਣ ਵਾਲੇ ਕਹਿੰਦੇ ਨੇ ਕਿ ਜਿੱਦਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਕੀਤਾ, ਵੇਖਣ ਵਾਲੇ ਹੈਰਾਨ ਸਨ ਕਿ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਇੰਨੀ ਵੱਡੀ ਖੁਸ਼ੀ ਨਹੀਂ ਵੇਖੀ ਗਈ। ਇੰਨਾ ਚਿਹਰਾ ਚਮਕ ਰਿਹਾ ਸੀ, ਇੰਨਾ ਨੂਰ ਸੀ। ਉਹਦਾ ਕਾਰਨ ਕੀ? ਉਹਦਾ ਕਾਰਨ ਸੀ ਕਿ ਪਿਛਲੇ 200-250 ਸਾਲ ਤੋਂ ਜਿਹੜੀ ਮਿਹਨਤ ਕੀਤੀ ਜਾ ਰਹੀ ਸੀ, ਅੱਜ ਉਹ ਬਿਲਕੁਲ ਸੰਪੂਰਨ ਹੋ ਚੁੱਕੀ ਸੀ। ਇਸ ਕਰਕੇ ਅੱਗੇ ਖੜੇ ਹੋ ਕੇ ਮੱਥਾ ਟੇਕਿਆ, ਪਰਿਕਰਮਾ ਕੀਤੀ, ਚੌਲ ਸਾਹਿਬ ਕੀਤਾ ਤੇ ਇਹ ਹੁਕਮ ਕੀਤਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। सब सिखन को हुक्म है, गुरु मान्यो ग्रंथ संपूर्णता कर दी। सो अज दा दिन पंथ दे विच बहुत वड्डी खुशी दा दिन है। सारिਆਂ ने 1 मिनट वास्ते सिर्फ इस शब्द विच बोलना है, अमृत बाणी हर हर तेरी, अमृत बाणी हर हर तेरी, अमृत बाणी हर हर तेरी, अमृत बाणी हर हर तेरी। सुन सुन होवे परम गत मेरी, सुन सुन होवे परम गत मेरी, सुन होवे परम गत मेरी, सुन सुन होवे परम गत मेरी। जलन बुझी शीतल हुए मानुआ, जलन बुझी शीतल हुए मानुआ, सतगुर का दर्शन पाए जियो, सतगुर का दर्शन पाए जियो, अमृत बाणी हर हर तेरी, सुन सुन होवे परम गत मेरी, अमृत बाणी हर हर तेरी, सुन सुन होवे परम गत मेरी।